ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਲ੍ਹ ਚਿੱਠੀਆਂ ਭਾਗ 11ਵਾਂ ਪੰਨਾ ਨੰਬਰ 163। ਇਕੱਲ ਸਜ਼ਾ। ਦਿਨ ਚੜ੍ਹਨਾ ਨਹੀਂ ਪਾਇਆ ਕਿ ਮੈਨੂੰ ਮੂੰਹ ਹਨੇਰੇ ਹੀ ਉੱਥੋਂ ਕੱਢ ਕੇ ਲੈ ਗਏ ਅਤੇ ਇਕੱਲੇ ਨੂੰ ਹੀ ਦੂਰ ਦੂਜੇ ਪਾਸੇ ਜੇਲ੍ਹ ਦੇ ਪੂਰਬ ਰੁੱਖ ਇਕੱਲ ਵਾਂਝੇ ਅਤੇ ਸੁੰਨਸਾਨ ਹਿੱਸੇ ਵਿੱਚ ਸਜ਼ਾ ਵਾਲੀ ਕੋਠੀ ਅੰਦਰ ਜਾ ਬੰਦ ਕੀਤਾ। ਉੱਥੇ ਗਿਣਵੀਆਂ 3 ਕੋਠੀਆਂ ਸਨ। ਇੱਕ ਕੋਠੀ ਵਿੱਚ ਸਾਡੇ ਡੇਰੇ ਜਾ ਲੱਗੇ। ਇਹ ਕੋਠੀ ਪਹਿਲੀਆਂ ਕੋਠੀਆਂ ਵਰਗੀ ਹੀ ਬੰਦ ਕੋਠੀ ਸੀ। ਵੈਸੇ ਹੀ 4 ਦੀਵਾਰੀ, ਲਾਗ ਦੀਆਂ ਕੋਠੀਆਂ ਖਾਲੀ, ਲਾਂਬੇ ਲਾਂਬੇ ਨੇੜੇ ਤੇੜੇ ਦੂਰ ਤਾਈਂ ਕੋਈ ਆਦਮੀ ਨਾ ਆਦਮਦਾਦ। 2 ਕੁ ਬਾਰਕਾਂ ਦੱਸਣ ਉਹ ਵੀ ਖਾਲੀ, ਪਰ ਮੈਦਾਨ ਬੜੀ ਦੂਰ ਤਾਈਂ 4 ਚੁਫੇਰੇ ਗੁੰਜਾਨ ਅਤੇ ਉਸ ਵਿੱਚ ਨਾਨਾ ਪ੍ਰਕਾਰ ਦੇ ਵੇਲ ਬੂਟੇ ਅਤੇ ਭਾਂਤੋ ਭਾਂਤ ਗੁਲਾਬ ਅਤੇ ਮੋਤੀਏ ਦੀਆਂ ਫੁਲਵਾੜੀਆਂ। ਕਿਤੇ ਆਲੂਆਂ ਦੇ ਖੇਤ, ਕਿਤੇ ਅੰਬਾਂ ਦੇ ਦਰਖਤ, ਕਿਤੇ ਪਪੀਤਿਆਂ ਦੇ ਬਿਰਛ। ਦਿਨੇ ਬਾਹਰ ਫਿਰਨ ਦੀ ਖੁੱਲ੍ਹਤਾ ਦੇ ਦਿੱਤੀ, ਪਰ ਆਪਣੇ ਜਾਣੇ ਕੈਦ ਤਨਹਾਈ ਦੀ ਸਜ਼ਾ ਸੋਲੀਟਰੀ ਪਨਿਸ਼ਮੈਂਟ ਦਿੱਤੀ ਕਿ ਕਿਸੇ ਨਾਲ ਗੱਲਬਾਤ ਨਾ ਕਰ ਸਕੇ। ਇੱਕ ਸਿਪਾਹੀ ਦਾ ਪਹਿਰਾ ਮੇਰੇ ਉੱਤੇ ਲਾ ਦਿੱਤਾ ਅਤੇ ਇੱਕ ਮੇਟ ਮੇਰੀ ਅੰਗੀਠੀ ਦਿਖਾਉਣ ਨੂੰ ਮੁਕਰਰ ਕਰ ਦਿੱਤਾ। ਮੇਰਾ ਭਾਂਡਾ ਚੁੱਲ੍ਹਾ ਵੀ ਸਭ ਉੱਥੇ ਹੀ ਲਿਆਂਦਾ ਗਿਆ। ਇਸ਼ਨਾਨ ਕਰਨ ਵਾਲੀ ਬਾਲਟੀ ਵੀ ਲਿਆਣ ਦਿੱਤੀ ਅਤੇ ਖਾਦ ਖੁਰਾਕ ਦਾ ਸਾਰਾ ਸਮਾਨ ਅਰਥਾਤ ਰਾਸ਼ਨ ਸਮੱਗਰੀ ਵੀ ਲਿਆ ਮੌਜੂਦ ਕੀਤੀ। ਇਸ਼ਨਾਨ ਵਾਸਤੇ ਕੋਠੀਓਂ ਥੋੜ੍ਹੀ ਦੂਰ ਉੱਤੇ ਨਿਰਮਲ ਪੱਕੇ ਹੋਂਦ ਅਸਥਾਨ ਉੱਤੇ ਪੰਪ ਲੱਗੇ ਹੋਏ ਅਤੇ ਲੰਗਰ ਸਜਾਉਣ ਨੂੰ ਆਪਣੀ ਹੀ ਕੋਠੀ ਦਾ ਵਿਹੜਾ ਤੇ ਕੁਛ ਕਰਮਾਂ ਪਰੇ ਇੱਕ ਪੱਕਾ ਬਰਾਂਡਾ ਜੋ ਰਾਤ ਬਰਾਤੇ ਮੀਂਹ ਕਣੀ ਤੋਂ ਬਚਾਉਣ ਲਈ ਪਹਿਰੇਗਾਰ ਦੇ ਖਾਤਰ ਬਣਿਆ ਹੋਇਆ ਸੀ, ਉਸਨੂੰ ਵੀ ਮੇਰੇ ਲੰਗਰ ਨਿਮਿਤ ਥਾਪ ਦਿੱਤਾ। ਸੰਗੀਆਂ ਸਾਥੀਆਂ ਵਿੱਚੋਂ ਵਿਛੋੜੇ ਤਾਂ ਦਾਸ ਨੂੰ ਜ਼ਰੂਰ ਹੋਏ, ਪਰ ਉਸ ਰਮਣੀਕ ਗੁੰਜਾਨ ਇਕਾਂਤ ਅਸਥਾਨ ਨੂੰ ਵੇਖ ਕੇ ਬਿਰਤੀ ਹੋਰ ਵੀ ਖਿੜਾਓ ਵਿੱਚ ਖਿੜਦੀ ਜਾਵੇ। ਆਪੇ ਆ ਮੁਹਾਰੀਆਂ ਪ੍ਰੇਮ ਕਾਂਗਾਂ ਉੱਠਣ। ਪ੍ਰੇਮ ਤਰੰਗ ਵਿੱਚ ਸ਼ਬਦ ਦਾ ਕੀਰਤਨ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਕਿ ਬਲਦੀ ਪ੍ਰੇਮ ਚੁਆਤੀ ਉੱਤੇ ਚਮਕ ਪੱਥਰ ਦੀ ਚਮਕ ਬਿਜਲੀ ਲਿਸ਼ਕ ਗਈ। ਡੋਲ ਬਾਲਟੀਆਂ ਹੱਥ ਵਿੱਚ ਫੜੀਆਂ ਹੀ ਰਹਿ ਗਈਆਂ। ਪੰਪ ਰੂਪੀ ਦਮਦਮੇ ਵੱਲੋਂ ਰਹਿਣ ਬਸੇਰੇ ਵੱਲ ਜਾਣਾ ਹੀ ਭੁੱਲ ਗਿਆ। ਬਸ ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ। ਅੰਦਰੋਂ ਅੰਮੀ ਲਪਟਾਂ ਆਉਣ ਤੇ ਪ੍ਰੇਮ ਕਾਂਗਾਂ ਉੱਠਣ। ਘਾਸ ਦੇ ਮਖਮਲੀ ਫਰਸ਼ ਉੱਤੇ ਸਮਾਧੀਆਂ ਲੱਗ ਗਈਆਂ। ਸੱਲ ਜੁਦਾਈ ਦੇ ਤੇ ਬਿੰਗ ਕਸਾਈਆਂ ਦੇ ਸਭ ਮਿਟ ਗਏ। ਪ੍ਰੇਮ ਰੰਗ ਰੰਗੀਜੀ ਬਿਰਹੇ ਬੇਦਨ ਪਿਰਿਆ ਪ੍ਰੀਤਮ ਸਿੱਖ ਸਦਰਾਂ ਵਾਲੀ ਉਪਜੀ ਅਤੇ ਕੀਰਤਨ ਲਹਿਰ ਉੱਠੀ ਤਾਂ ਇਹ ਸ਼ਬਦ ਪਤਾਰ ਅਚਰਜ ਆਤਮ ਭੋਗ ਅਲਾਪ ਬਚੰਤਰ ਵਜਾਉਂਦਾ ਹੋਇਆ ਅੱਗੇ ਆਣ ਖਲੋਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਮਹੱਲਾ 5ਵਾਂ ਘਰ ਦੂਜਾ। ਕੈਸੇ ਕਹੋ ਮੋਹੇ ਜੀ ਬੇਦਨਾਈ ਦਰਸ ਪਿਆਸ ਪ੍ਰਿਯ ਪ੍ਰੀਤ ਮਨੋਹਰ ਮਨ ਨਾ ਰਹੇ ਬਹੁ ਬਿਦ ਉਮਕਾਈ। ਰਹਾਓ। ਇਸ ਸ਼ਬਦ ਧੁਨ ਅਲਮਸਤੀ ਵਿੱਚ ਖਬਰ ਨਹੀਂ ਕਿਤਨਾ ਕੁ ਚਿਰ ਬੀਤਿਆ। ਆਨੰਦ ਰਹੱਸ ਟਿਕਾਓ ਵਿੱਚ ਬਿਰਤੀ ਟਿਕੀ ਹੀ ਸੀ ਕਿ ਇਸ ਸ਼ਬਦ ਦੀ ਕੀਰਤਨ ਧੁਨੀ ਰਾਗ ਰਤਨਾਗਰੀ ਅਲਾਪ ਵਿੱਚ ਗਾਵਿੰਦੀ ਮੈਂਡੇ ਸ਼ਬਦ ਸੁਰਤੇ ਸਰਵਣਾ ਅੰਦਰ ਇਉਂ ਪਈ ਮਾਨੋ ਕਿਸੇ ਨੇ ਬਾਣ ਬੇਦ ਵੀ ਵਾਇਰਲੈਸ ਭੇਜੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਸ਼੍ਰੀ ਕਬੀਰ ਜੀਓ ਕੇ ਦੁਪਦੇ। ਹੀਰੇ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ। ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੈ ਪਛਾਨੀ। ਰਹਾਓ। ਕਹਿ ਕਬੀਰ ਹੀਰਾ ਅਸ ਦੇਖੋ ਜਗ ਮਹਿ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਮ ਦਿਆ ਦਿਖਾਈ। ਜੇਲੋਂ ਬਾਹਰ ਸਾਧੂ ਰਾਧਾ ਸਿੰਘ ਦਾ ਕੀਰਤਨ ਕਰਨਾ। ਇਸ ਗੁਰਵਾਕ ਵਿੱਚ ਵਰਨੇ ਭਾਵ ਵਾਲੀ ਹੀਰੇ ਹੀਰਾ ਬੇਦਨੀ ਸ਼ਬਦ ਜੋਤ ਬੀਜਲ ਤਾਰ ਇੱਕਦਮ ਦੋਹੇ ਗੁਰਗੁਮ ਘਟੀ ਹਿਰਦਿਆਂ ਅੰਦਰ ਫਿਰ ਗਈ ਤਾਂ ਕੀ ਵੇਖਦਾ ਹਾਂ ਕਿ ਇਹੋ ਕੈਸੇ ਕਹੋ ਮੋਹੇ ਜੀ ਬੇਦਨਾਈ ਵਾਲਾ ਸ਼ਬਦ ਜੇਲ੍ਹ ਫਸੀਲ ਤੋਂ ਬਾਹਰ ਬੈਠਾ ਬੈਠਾ ਮੇਰਾ ਨਵਲ ਵੈਰਾਗੀ ਵੀਰ ਸਾਧੂ ਰਾਧਾ ਸਿੰਘ
ਅਚਰਜ ਵੈਰਾਗ ਰੰਗਾਂ ਵਿੱਚ ਮਸਤ ਹੋਏ ਹੋਏ ਗਾ ਰਿਹਾ ਹੈ। ਅੱਧ ਮੀਚੇ ਨੇਤਰਾਂ ਵਿੱਚੋਂ ਤਰਪ ਤਰਪ ਨੀਰ ਵਹਿ ਰਿਹਾ ਹੈ। ਅਤਿਅੰਤ ਮੋਹਨੀ ਮਧੁਰ ਧੁਨੀ ਵਿੱਚ ਕੀਰਤਨ ਕਰ ਰਿਹਾ ਹੈ। ਫਿਰ ਇੱਕ ਇੱਕ ਤੁਕ ਨੂੰ ਮੁੜ ਮੁੜ ਕਈ ਕਈ ਵਾਰ ਧੁਨਧੁਨਾ ਰਿਹਾ ਹੈ, ਮਾਨੋ ਅਕਹਿ ਰਸ ਲੈ ਰਿਹਾ ਹੈ। ਸੁੱਤੇ ਸਸੁਰ ਰਾਗ ਧੁਨੀ ਦਿਲ ਖਿੱਚਵੀਂ ਲੈ ਵਿੱਚ ਉਪਜ ਰਹੀ ਹੈ। ਇੱਧਰੋਂ ਵੀ ਫੇਰ ਕਾਂਗ ਉੱਠੀ ਅਤੇ ਉੱਧਰਲੀ ਧੁਨੀ ਨਾਲ ਹੀ ਸੁਰ ਤਾਲ ਮੇਲ ਦਿੱਤੀ। ਉਨ ਵੀ ਉੱਧਰ ਲਿਵਤਾਰ ਗੱਠ ਲਿੱਤੀ। ਮੁੱਢ ਤੋਂ ਫੇਰ ਸ਼ਬਦ ਦਾ ਕੀਰਤਨ ਜੋਟਿਆਂ ਵਿੱਚ ਆਰੰਭ ਹੋ ਗਿਆ। ਇੱਕ ਵਾਰ ਉਹੀ ਤੁਕ ਉੱਧਰੋਂ ਤੇ ਉਹੀ ਤੁਕ ਦੂਜੀ ਵਾਰ ਇੱਧਰੋਂ। ਸ਼ਬਦ ਆਤਮ ਸੰਜੋਗੀ ਹੀ ਅੜੇ ਰੁਣਝੁਣੀ ਧੁਨਾਂ ਵਿੱਚ ਜੁੜ ਕੇ ਮਹਿਵ ਹੋ ਗਏ। ਅਚਰਜ ਨਜ਼ਾਰਾ। ਸੈਂਟਰਲ ਜੇਲ੍ਹ ਦਾ ਇਹ ਸੁੰਨਾ ਪਾਸਾ ਸੀ, ਨਹੀਂ ਤਾਂ ਤਕੜਾ ਇਕੱਠ ਹੋ ਜਾਂਦਾ। ਬਾਹਰ ਵਾਰ ਵੀ ਇਸ ਪਾਸੇ ਸੁੰਨੀ ਪਿੱਠ ਹੀ ਲੱਗਦੀ ਸੀ, ਪਰ ਸਾਧੂ ਰਾਧਾ ਸਿੰਘ ਜੀ ਖਬਰ ਨਹੀਂ ਕਿਸ ਅਗੰਮੀ ਖਿੱਚ ਦੁਆਰਾ ਖਿੱਚੇ ਹੋਏ ਪਿਛਵਾੜੇ ਆ ਗਏ। ਬੜਾ ਆਨੰਦ ਬੰਨਿਆ। ਅੰਦਰਲਾ ਪਹਿਰੇਦਾਰ ਵੀ ਪ੍ਰੇਮੀ ਜਿਉੜਾ ਹੀ ਸੀ। ਉਹ ਵੀ ਜਰਾ ਦੂਰੀ ਉੱਤੇ ਬੁੱਤ ਬਣਿਆ ਖੜਾ ਰਿਹਾ। ਬੁੱਢਾ ਮੇਟ ਅੰਗੀਠੀ ਦਗਾਈ ਬੈਠਾ ਉੱਥੇ ਹੀ ਲੱਟੂ ਹੋ ਗਿਆ। ਐਸਾ ਰਸ ਬੱਝਾ ਕਿ ਬਿਰਛਾਂ ਦਾ ਡਾਲ ਡਾਲ ਪਾਤ ਪਾਤ ਵੀ ਧੁਨੀ ਅਲਾਪ ਦਾ ਜਾਪ ਰਿਹਾ ਸੀ। ਸ਼ਬਦ ਕੀਰਤਨ ਦਾ ਭੋਗ ਪਿਆ ਹੀ ਸੀ ਕਿ ਸੁਰਤ ਨੇਤਰ ਵੀ ਉਗੜ ਆਏ। ਆਪਣਾ ਆਪ ਸੰਭਾਲ ਕੇ ਉੱਠੇ ਅਤੇ ਲੰਗਰ ਸਜਾਉਣ ਵੱਲ ਜਾ ਜੁਟੇ। ਗੱਫੇ ਸਜਾਏ, ਭੋਗ ਲਗਾਏ। ਪੁੱਛਣ ਦੀ ਦੇਰ ਹੀ ਸੀ ਕਿ ਬਿਰਤੀ ਫੇਰ ਗੂੜ ਅਭਿਆਸ ਰੰਗਾਂ ਵਿੱਚ ਜੁੜ ਗਏ। ਜੁੜੇ ਜੁਟੇ ਪਏ ਰਹੇ, ਨਾ ਕੋਈ ਬੁਲਾਵੇ ਨਾ ਚਲਾਵੇ, ਨਾ ਕੋਈ ਆਵੇ ਨਾ ਜਾਵੇ। ਕਾਣੀ ਪਿੱਠੇ ਕੌਣ ਆਉਂਦਾ ਹੈ। ਇੱਧਰ ਰੋਂਦ ਵੀ ਵਿਰਲੀ ਵਾਂਝੀ ਹੀ ਹੁੰਦੀ ਸੀ। ਹਫ਼ਤੇ ਵਿੱਚ ਇੱਕ ਦੋ ਵਾਰੀ ਹੀ ਸੁਪਰੀਟੈਂਡੈਂਟ ਇੱਧਰ ਆਉਂਦਾ ਹੁੰਦਾ ਸੀ, ਪਰ ਅੱਜ ਤਾਂ ਤੀਜਾ ਪਹਿਰ ਹੋ ਗਿਆ, ਇੱਧਰ ਕੋਈ ਜੇਲ੍ਹ ਅਫਸਰ ਵੀ ਨਹੀਂ ਆਇਆ। ਇਕਾਂਤ ਬਿਰਤ ਗੀਦਿਆਂ ਨੂੰ ਸਗੋਂ ਸੁਨਸਰਾ ਹੀ ਸੁਹਾਵੀ ਲੱਗਦੀ ਹੈ। ਜੇਲਰ ਨਾਲ ਸਵਾਲ ਜਵਾਬ। ਦਿਨ ਢਲਣ ਲੱਗੇ। ਮੈਂ ਟਹਿਲਦਾ ਫਿਰਦਾ ਸੀ ਕਿ ਜੇਲਰ ਮਿਸਟਰ ਮੀਕ ਹੋਰਾਂ ਨੇ ਆਣ ਮੂੰਹ ਦਿਖਾਇਆ ਅਤੇ ਮੇਰੇ ਨਾਲ ਹੀ ਟਹਿਲਣ ਲੱਗ ਗਿਆ। ਇਸ ਵਿਧ ਆਪਣੀ ਅੰਗਰੇਜ਼ੀ ਬੋਲੀ ਵਿੱਚ ਗੱਲਬਾਤ ਛੇੜੀ। ਜੇਲਰ: ਭਾਈ ਰਣਧੀਰ ਸਿੰਘ, ਇਹ ਇਕਾਂਤ ਅਸਥਾਨ ਆਪ ਦੇ ਖੂਬ ਪਸੰਦ ਹੈ। ਮੈਂ ਆਖਿਆ, ਜਿੱਥੈ ਰੱਖੈ ਬੈਕੁੰਠ ਤਿਥਾਈ। ਸਾਹਿਬ ਕਰਤਾ ਪੁਰਖ ਜਿੱਥੇ ਵੀ ਰੱਖ ਤਿੱਥੇ ਹੀ ਪਰਮ ਪ੍ਰਸੰਨਤਾ ਹੈ, ਪਰ ਆਪ ਨੂੰ ਪੁੱਛਣ ਦੀ ਕੀ ਲੋੜ ਪਈ। ਜੇਲਰ: ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਆਪ ਨੂੰ ਇੱਥੇ ਸਿਰਫ ਇਸ ਵਾਸਤੇ ਲਿਆਂਦਾ ਗਿਆ ਹੈ ਕਿ ਆਮ ਜਗ੍ਹਾ ਨਾਲੋਂ ਇਹ ਜਗ੍ਹਾ ਆਪ ਦੀ ਬਿਰਤੀ ਦੀ ਮਾਫਕ ਬਹੁਤ ਸੁੰਦਰ, ਸ਼ੋਭਨੀਕ ਅਤੇ ਰਮਣੀਕ ਹੈ। ਭਜਨ ਕਰਨ ਲਈ ਇਹ ਇੱਕ ਅਦੁੱਤੀ ਸਥਾਨ ਹੈ। ਖੂਬ ਖੁੱਲ੍ਹੇ ਗਾਓ ਬਜਾਓ ਅਤੇ ਮੰਗਲ ਮਨਾਓ, ਤੁਹਾਨੂੰ ਕੋਈ ਹੋੜ ਹਟਕ ਨਹੀਂ ਸਕਦਾ। ਮੇਰੇ ਪੁੱਛਣ ਦਾ ਭਾਵ ਇਹ ਸੀ, ਮਤੇ ਆਪ ਨੂੰ ਹੋਰ ਕਿਸੇ ਪ੍ਰਕਾਰ ਦਾ ਖਿਆਲ ਨਾ ਹੋਵੇ ਕਿ ਕਿਉਂ ਇੱਥੇ ਲਿਆਂਦਾ ਗਿਆ ਹੈ। ਮੈਂ ਆਖਿਆ, ਜਿਸ ਖਿਆਲ ਨਾਲ ਮੈਨੂੰ ਇੱਥੇ ਲਿਆਂਦਾ ਗਿਆ ਹੈ ਉਸ ਦਾ ਵੀ ਮੈਂ ਭਲੀ ਪ੍ਰਕਾਰ ਜਾਣੂ ਹਾਂ। ਮੈਥੋਂ ਕੁਛ ਗੁੱਝਾ ਨਹੀਂ, ਪਰੰਤੂ ਮੈਨੂੰ ਇਸ ਖਿਆਲ ਪਰਥਾਏ ਕੀਲ ਕਾਲ ਕਰਨ ਦੀ ਕੀ ਲੋੜ। ਮੇਰੇ ਆਤਮ ਆਨੰਦ ਵਿੱਚ ਅਜਿਹੇ ਨੀਚ ਖਿਆਲ ਰੰਚਕ ਵਿਘਨਕਾਰੀ ਨਹੀਂ ਹੋ ਸਕਦੇ, ਪਰ ਆਪ ਦੀ ਮੰਦ ਖਿਆਲੀ ਆਪ ਨੂੰ ਹੀ ਮੰਦੇ ਭਾਉ ਪਊ। ਸਾਡਾ ਇਸ ਵਿੱਚ ਕੀ ਜਾਣਾ ਹੈ। ਖਿਆਲ ਕਸੀਫੀਆਂ ਦੇ ਮੰਦੇ ਭਾਗਾਂ ਅੰਦਰ ਕਾਲੇ ਲੇਖ ਹੀ ਲਿਖੇ ਹਨ। ਬਸ ਮਿਹਰਬਾਨੀ ਕਰਕੇ ਮੇਰੇ ਨਾਲ ਕੋਈ ਕੁਲੇਖ ਲੇਖਣੀ ਗੱਲ ਨਹੀਂ ਛੇੜਨੀ। ਮੈਨੂੰ ਇਸ ਤਰ੍ਹਾਂ ਆਪਣੇ ਰੰਗ ਵਿੱਚ ਰਹਿਣ ਦਿਓ। ਮਾਫ਼ ਕਰੋ ਔਰ ਤਸ਼ਰੀਫ ਲੈ ਜਾਓ। ਜੇਲਰ ਬਿੱਤਰ ਬਿੱਤਰ ਮੇਰੇ ਮੂੰਹ ਵੱਲ ਝਾਕਣ ਲੱਗ ਪਿਆ। ਫੇਰ ਗੌਰ ਕਰਕੇ ਗਹਿਰੀ ਨਿਗਾਹ ਨਾਲ ਮੇਰੇ ਚਿਹਰੇ ਨੂੰ ਤਾੜਨ ਲੱਗਾ ਅਤੇ ਬਿੰਦਕੂ ਪਿੱਛੋਂ ਬੋਲਣਾ ਚਾਹੁੰਦਾ ਹੀ ਸੀ। ਫੇਰ ਚੁੱਪ ਕਰ ਗਿਆ ਅਤੇ ਚੁੱਪ ਕੀਤਾ ਮੇਰੇ ਮੂੰਹ ਵੱਲ ਟਿਕਟਿਕੀ ਲਾ ਕੇ ਝਾਕੀ ਗਿਆ। ਅਸੀਂ ਏਤਨੇ ਨੂੰ ਇੱਕ ਬੰਨੇ ਹੋ ਕੇ ਦੋ ਹੀ ਜਣੇ ਆਮੋ ਸਾਹਮਣੇ ਬੈਠ ਗਏ ਸੀ। ਉੜਕ ਮੈਂ ਉਸ ਤੋਂ ਪੁੱਛਿਆ। ਮੈਂ ਆਖਿਆ, ਮੇਰੀ ਵੱਲ ਬਿੱਟ ਬਿੱਟ ਕੀ ਵੇਂਦੇ ਹੋ। ਜੇਲਰ: ਮੈਂ ਆਪ ਦੇ ਚਿਹਰੇ ਨੂੰ ਪੜਤਾਲ ਰਿਹਾ ਹਾਂ। ਆਈ ਐਮ ਰੀਡਿੰਗ ਯੋਰ ਫੇਸ। ਮੈਂ CID ਦੇ ਪੁਲਿਸੀ ਮਹਿਕਮੇ ਵਿੱਚ ਰਹਿ ਕੇ ਚਿਹਰੇ ਪੜ੍ਹਨ ਦੀ ਵਿੱਦਿਆ ਸਿੱਖੀ ਹੈ, ਜਿਸ ਕਰਕੇ ਚਿਹਰੇ ਤੋਂ ਹੀ ਕਿਸੇ ਦਾ ਅੰਦਰਲਾ ਹਾਲ ਪੜ੍ਹਿਆ ਪੜਤਾਲਿਆ ਜਾ ਸਕਦਾ ਹੈ। ਮੈਂ ਆਖਿਆ, ਪਰ ਇੱਥੇ ਆਪ ਨੂੰ ਪੜਤਾਲ ਦੀ ਕੀ ਲੋੜ। ਜੇਲਰ: ਰਣਧੀਰ ਸਿੰਘ, ਮਾਫ਼ ਕਰਨਾ, ਆਪ ਦੇ ਉੱਪਰ ਕੁਝ ਦੋਸ਼ ਦੂਸ਼ਣ ਲੱਗੇ ਸਨ ਅਤੇ ਅਸੀਂ ਇਹ ਮਹਾਪਾਪ ਕੀਤਾ ਹੈ ਕਿ ਮੈਂ ਅਤੇ ਸੁਪਰਿੰਟੈਂਡੈਂਟ ਨੇ ਇਹਨਾਂ ਦੂਸ਼ਣਾਂ ਨੂੰ ਸੱਚ ਕਰਕੇ ਮੰਨ ਲਿਆ ਸੀ। ਪਰ ਹੁਣ ਆਪ ਦੇ ਚਿਹਰੇ ਤੋਂ ਮੈਨੂੰ ਆਪ ਦੀ ਅੰਦਰਲੀ ਮਾਸੂਮੀਅਤ
इनोसेंस दी अच्छी तरह पता लग गया है। आप बिल्कुल बेकसूर हो। पर मैं कल किसी चेहरे पढ़न या पड़ताल तो विहूण ही आप दी तोता चश्मी अते कस्फ नफसी दा शीशा आप नूं दिखा दिता सी। अजे एक रात भी विचाले नहीं पई कि आप लोग अखियां बदल गए। जेलर, सचमुच मैनू इस गल उत्ते दिली अफसोस है। मैं हुण अफसोस कीते की बनदा है। पहलां किसी दा मूड़ा मड़ देना ते पिछों अफसोस करना। साडे सतगुरु दा वाक है, ऐसा कम मूले ना कीचै जित अंत पछुताईए। जेलर, पर असी मूड़ा आप दा कोई नहीं बन्निया, यह आप की बुझारत पाउंदे हो। मैं, जिन मन होर मुख होर सी कांडे कच्चिया। जेलर, मैनू इसदा मतलब भी समझाओ। मैं, मतलब कि आप दे मन विच कोई होर पाप है अते मुखों मीसणियां गल्लां कर कर सुणाउंदे हो। जेलर, जो पाप सी सो मैं दस दिता। जे मेरा हिरदा सिया हुंदा तां मैं क्यों दसदा। मैं, पर जेड़ा होर मूड़ा बन्निया है वो भी दसो ना। जेलर, मैं कोई नहीं बन्निया। मैं आख्या, बन्निया नहीं तां बनवाया है। पर याद रखो कि तुसी अपने पाप राही अपना ही मूड़ा बन रहे हो, किसी दा कुछ नहीं बिगाड़ सकते। जेलर, होर तां असी कुछ पाप नहीं किता, पर सुपरिटेंडेंट साहिब ने यह सख्त हुक्म दिता है कि आप नूं सबना नूं अलग रखिया जावे। सो इत्थे रहण विच तुसी आप ही प्रसन्न प्रतीत हुंदे हो। मैं आख्या कि तुसी डीसी दे राही यह रिपोर्ट उपर नहीं पहुंचा दिती कि जंगले खोखले करन वाला कारा रणधीर सिंह ने ही करवाया है। यह सुन के जेलर दा चेहरा फक हो गया ते मूँह उत्ते हवाइयां उड्डण लग गईयां। तां मैं फेर आख्या कि हुण तेरा चेहरा सब कुछ तेरे अंदरले पाप उगे करके नहीं विखा रहा। असी CID दे महकमे विच बिना पढ़े ही यह विद्या पढ़ लई है। जेलर, ये तो ठीक है, पर मैनू हैरानी यह है कि तुहानू उस गुप्त रिपोर्ट का पता इस विद्या द्वारा किवें लग गया। फेस रीडिंग विच तां इतनी डूंगी विद्या नहीं आ सकती। सच दसदा हाँ कि जान बुझ के आप तो यह गल लुका के नहीं रखी, पर सुत्ते ही मैनू दसना भुल गया। सचमुच असी यह महा घोर पाप किया है, पर मैं आप नूं यकीन दिवाउंदा हाँ कि इस रिपोर्ट की बहुत छेती तरदीद की जाएगी। मैं हुणे जांदा ही पहला इहो काम करांगा। पर मैं एक गल आप तो पुछदा हाँ, उम्मीद है आप दसन विच कुछ दरेग नहीं करोगे अते मैनू यकीन है कि आप जो कुछ दसोगे सो सच दसोगे। मैं, अच्छा, मतलब वाली गल हुण आखी है, इहो तां आप दे इत्थे आउण दा प्रयोजन है। अच्छा, पुछो की पुछदे हो। जेलर, शर्मिंदा हो के, सानू यह यकीन है कि आप दा जंगलियां वाले मामले विच कोई हथ नहीं, बल्कि सानू ये भी अच्छी तरह साबित हो चुका है कि आप दी नेक नसीहत दे तुफैल यह होण वाला भारी हादसा होणों रह गया, नहीं तां साडी सब इज्जत खाक विच मिल जांदी अते साडीआं जड़ां मेखां धुर तले मूल तो ही पुट्टियां जा चुकियां सन। हुण आप दे नेक निहाद नफ्स तो अते आप दी ज्ञात बोध बुद्धि तो असी यह फायदा उठाना चाहुंदे हां कि तुसी इस मामले दे असल कारण दस के साडी इमदाद करो कि यह जंगले किसने खोखले किते हन। इस गल नूं सिवाए आप दी जात दे कोई नहीं खोल सकदा। मैं, गरज के, गोया तुसी मैनू गद्दार बनाउणा चाहुंदे हो अते तुसी इस गल नूं मन लिया है कि मैं इस गुनाह विच शामिल भी हां। जेलर, नहीं नहीं, रब दी सौं, बाय गॉड, हरगिज नहीं। यह ख्याल तां हरगिज नहीं। मैं तां पहलां ही दस चुका हाँ कि आप दा इस विच कुछ हथ नहीं, पर तुहानू खबर है कि यह काम किसने कीता है। मैं आख्या, होर दूजे किसी दे हथ दा मैनू की पता है। जेलर, आप बड़ियां गोज गल्लां दस दिंदे हो, इत्थे भी टेवा लावो। मैं कोई जगलर मद्दारी नजूमी तां नहीं। मैं तां टेवा लाउण वालियां गल्लां विच पैना ही महापाप समझदा हाँ। यह तां सुत्ते सहज सुभाव ही तुहाडे जिहे थोड़ दिलियां दे डूंग थों दा पता लग जांदा है। इस विच पीरी करामात की है। जेलर, फेर गल दा पहलू पलट के, सरदार साहिब, असल गल यह है कि तुहाडे साथियां दी सारी वाकफियत जैसी तुहानू है होर किसी नू नहीं हो सकती।
ਤੁਹਾਨੂੰ ਪਤਾ ਹੈ ਕਿ ਉਹਨਾਂ ਵਿੱਚੋਂ ਕੌਣ ਇਸ ਗੱਲ ਵਿੱਚ ਮਾਹਰ ਹੈ ਜੋ ਤੁਸੀਂ ਲੱਖਣ ਲਾ ਸਕਦੇ ਹੋ, ਹੋਰ ਕੋਈ ਨਹੀਂ ਲਾ ਸਕਦਾ। ਮੈਂ, ਮੇਰੇ ਭਾ ਦੇ ਤਾਂ ਸਭ ਸਾਧੂ ਰੂਪ ਹਨ। ਜੇਲਰ, ਤਾਂ ਫਿਰ ਇਹ ਜੰਗਲੇ ਕਿਸ ਤਰ੍ਹਾਂ ਖਰਾਬ ਹੋਏ? ਮੈਂ, ਅੱਛਾ, ਤਾਂ ਆਪ ਲੋਕਾਂ ਨੂੰ ਇਹ ਸ਼ੱਕ ਹੈ ਕਿ ਜੰਗਲੇ ਕਿਸੇ ਨੇ ਜਾਣ ਬੁੱਝ ਕੇ ਖਰਾਬ ਕੀਤੇ ਹਨ। ਭਾਵੇਂ ਇਹ ਠੀਕ ਵੀ ਹੋਵੇ, ਫੇਰ ਵੀ ਕਿਸੇ ਖਾਸ ਉੱਤੇ ਬਿਨਾਂ ਸਬੂਤ ਤੋਂ ਸ਼ੱਕ ਕਰਨਾ ਬੜਾ ਅਯੋਗ ਹੈ। ਜੇਲਰ, ਮੈਂ ਆਪ ਨੂੰ ਸਦਕ ਦਿਲ ਨਾਲ ਬਚਨ ਦਿੰਦਾ ਹਾਂ ਕਿ ਜੇ ਆਪ ਕਿਸੇ ਬਿੱਦ ਖੋਜ ਕੇ ਜਾਂ ਲੱਖਣ ਲਾ ਕੇ ਅਸਲ ਆਦਮੀ ਦਾ ਨਾਮ ਦੱਸ ਦੇਵੋਗੇ ਤਾਂ ਨਾ ਸਿਰਫ ਉਸ ਕੀਤੀ ਗਈ ਰਿਪੋਰਟ ਦੀ ਤਰਦੀਦ ਹੀ ਕੀਤੀ ਜਾਵੇਗੀ, ਬਲਕਿ ਆਪ ਦੀ ਰਿਹਾਈ ਲਈ ਜ਼ਬਰਦਸਤ ਸਿਫਾਰਿਸ਼ ਕੀਤੀ ਜਾਵੇਗੀ ਅਤੇ ਇਹ ਭੇਦ ਆਪ ਦੇ ਸਾਥੀਆਂ ਨੂੰ ਪ੍ਰਗਟ ਨਹੀਂ ਕੀਤਾ ਜਾਵੇਗਾ ਕਿ ਆਪ ਨੇ ਇਹ ਨਾਮ ਦੱਸਿਆ ਹੈ। ਮੈਂ ਐਸੀ ਰਿਹਾਈ ਉੱਤੇ ਲੱਖ ਲਾਹਨਤ ਪਾਉਂਦਾ ਹਾਂ, ਨਾਲੇ ਰਿਹਾਈਆਂ ਦਿਵਾਉਣ ਵਾਲੇ ਨੂੰ ਨਾਲੇ ਦੇਣ ਵਾਲੇ ਨੂੰ। ਅਤੇ ਜਿਸ ਰਿਪੋਰਟ ਦੀ ਤੁਸੀਂ ਤਰਦੀਦ ਕਰਨਾ ਚਾਹੁੰਦੇ ਹੋ, ਨਿਸ਼ੰਗ ਨਾ ਕਰੋ, ਸਗੋਂ ਇਹੋ ਜਿਹੀਆਂ ਜੇ 1000 ਰਿਪੋਰਟਾਂ ਹੋਰ ਕਰ ਦਿਓ ਤਾਂ ਵੀ ਮੈਨੂੰ ਕੱਖ ਪਰਵਾਹ ਨਹੀਂ ਕਿ ਮੈਨੂੰ ਭਰਮਾਉਣ ਲਈ ਹੀ ਤੁਸੀਂ ਮੇਰੇ ਪਾਸ ਆਏ ਹੋ। ਕਿਰਪਾ ਕਰਕੇ ਤਸ਼ਰੀਫ ਲੈ ਜਾਓ। ਜ਼ਿਆਦਾ ਬਚਨ ਮੈਂ ਆਪ ਦੇ ਸਾਥ ਨਹੀਂ ਕਰਨਾ ਚਾਹੁੰਦਾ। ਮੇਰੇ ਮੂੰਹੋਂ ਕੋਈ ਹੋਰ ਸਖਤ ਸੁਸਤ ਨਿਕਲ ਜਾਵੇਗਾ ਤੇ ਆਪ ਦੀ ਸ਼ਾਨ ਮੈਲੀ ਹੋਵੇਗੀ। ਇਸ ਪਰ ਜੇਲਰ ਤੁਰ ਗਿਆ। ਫੇਰ ਮੁੜ ਮੇਰੇ ਪਾਸ ਕਈ ਦਿਨ ਨਹੀਂ ਆਇਆ ਅਤੇ ਨਾ ਹੀ ਸੁਪਰਿੰਟੈਂਡੈਂਟ ਆਇਆ। ਇੰਸਪੈਕਟਰ ਜਨਰਲ ਜੇਲ੍ਹ ਤੇ ਹੋਰ ਅਫਸਰਾਂ ਦਾ ਆਉਣਾ। ਇਸ ਮੌਕੇ ਪਰ ਪੁਰਾਣਾ ਆਈਜੀ ਬਾਵਾ ਜੀਵਨ ਸਿੰਘ ਬਦਲ ਚੁੱਕਾ ਸੀ ਅਤੇ ਉਸਦੇ ਥਾਂ ਇੱਕ ਨਵਾਂ ਆਈਜੀ ਗੌਰੀ ਕੌਮ ਵਿੱਚੋਂ ਤਾਇਨਾਤ ਹੋ ਕੇ ਆਇਆ ਸੀ। ਇਸ ਹਾਦਸੇ ਦੀ ਰਿਪੋਰਟ ਪਹੁੰਚਣ ਪਰ 5-7 ਦਿਨ ਪਿੱਛੋਂ ਉਹ ਖੁਦ ਚੱਲ ਕੇ ਹਜ਼ਾਰੀਬਾਗ ਆਇਆ। ਆਉਂਦਾ ਹੀ ਜੇਲ੍ਹ ਵਿੱਚ ਸੁਪਰਿੰਟੈਂਡੈਂਟ ਡੀਸੀ ਨੂੰ ਲੈ ਕੇ ਪਹਿਲਾਂ ਮੇਰੇ ਵੱਲ ਹੀ ਆਇਆ। ਮੈਂ ਆਉਂਦਿਆਂ ਨੂੰ ਖਾਣ ਪਕਾਣ ਤੋਂ ਵਿਹਲਾ ਹੋ ਕੇ ਕਿਸੇ ਖਿਆਲ ਵਿੱਚ ਜੰਗਲੇ ਨਾਲ ਢਾਸਣਾ ਲਾਈ ਖੜਾ ਸੀ ਕਿ ਇੱਧਰੋਂ ਇਹ ਤਾਂਤਾ ਵੱਜਿਆ ਬਜਾਇਆ ਆ ਗਿਆ। ਆਉਂਦੇ ਹੀ ਆਈਜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਅੰਗਰੇਜ਼ੀ ਵਿੱਚ ਆਖਿਆ, "ਇਜ਼ ਦਿਸ ਦਾ ਮੈਨ?" ਕੀ ਉਹ ਸ਼ਖਸ ਇਹੀ ਹੈ? ਤਾਂ ਸੁਪਰਿੰਟੈਂਡੈਂਟ ਨੇ ਹੌਲੀ ਦੇ ਕੇ ਇਹ ਦੱਸ ਕੇ ਉਸ ਨੂੰ ਪੂਰੀ ਗੱਲ ਕਰਨ ਨੂੰ ਰੋਕ ਲਿਆ ਕਿ ਹੀ ਨੋਜ਼ ਇੰਗਲਿਸ਼, ਇਹ ਅੰਗਰੇਜ਼ੀ ਜਾਣਦਾ ਹੈ। ਇਸ ਪਰ ਆਈਜੀ ਅੱਗੇ ਬੋਲਣੋਂ ਹਟ ਗਿਆ ਅਤੇ ਮੈਂ ਹੱਸ ਪਿਆ। ਪਰ ਆਈਜੀ ਬੜਾ ਚਾਲਾਕ ਦੇਖਿਆ, ਝੱਟ ਗੱਲ ਪਲਟਾ ਗਿਆ ਤੇ ਬੋਲਿਆ ਕਿ ਇਹ ਸਿੱਖ ਪੋਲੀਟੀਕਲ ਹੈ ਜਿਸ ਨੂੰ ਸਾਧੂ ਆਖਦੇ ਹਨ ਅਤੇ ਜੋ ਆਪਣੇ ਹੱਥੀਂ ਆਪ ਪ੍ਰਸ਼ਾਦਾ ਸਜਾਉਂਦਾ ਹੈ। ਫਿਰ ਮੈਨੂੰ ਮੁਖਾਤਬ ਹੋ ਕੇ ਅੰਗਰੇਜ਼ੀ ਵਿੱਚ ਬੋਲਿਆ, "ਸਰਦਾਰ ਸਾਹਿਬ, ਆਪ ਇੱਥੇ ਇਸ ਹਾਤੇ ਵਿੱਚ ਖੁਸ਼ ਹੋ? ਭਜਨ ਕਰਨ ਵਾਸਤੇ ਇਹ ਬੜੀ ਅਟੰਕ ਅਤੇ ਸੁਹਾਵਣੀ ਜਗ੍ਹਾ ਹੈ। ਹੋਰ ਕੋਈ ਤਕਲੀਫ ਤਾਂ ਆਪ ਨੂੰ ਨਹੀਂ? ਮੇਰੇ ਤਾਂ ਖਿਆਲ ਵਿੱਚ ਆਪ ਇਸ ਅਲਹਿਦਗੀ ਵਿੱਚ ਰਹਿਣ ਨੂੰ ਜ਼ਿਆਦਾ ਪਸੰਦ ਕਰਦੇ ਹੋ। ਹੋਰ ਕੋਈ ਸ਼ਿਕਾਇਤ ਤਾਂ ਆਪ ਨੂੰ ਨਹੀਂ?" ਮੈਂ ਆਖਿਆ, "ਸ਼ਿਕਾਇਤ ਆਪ ਦੇ ਇਨਸਾਫ ਉੱਤੇ ਹੈ, ਪਰ ਇਹ ਵੀ ਆਪ ਦੇ ਅੱਗੇ ਨਹੀਂ, ਸੱਚੇ ਮੁਨਸਫ ਦੇ ਸੱਚੇ ਦਰਬਾਰ ਵਿੱਚ ਨਿਬੇੜੇ ਹੋਣਗੇ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ। ਅਤੇ ਮੈਨੂੰ ਯਕੀਨ ਹੈ ਕਿ ਸੱਚ ਥੋੜੇ ਦਿਨਾਂ ਨੂੰ ਨਿਤਰਨ ਵਾਲਾ ਹੈ। ਤੁਹਾਡੇ ਜੇਲ੍ਹ ਕਰਮਚਾਰੀ ਤਾਂ ਹੁਣੇ ਆਪਣੀ ਬੇਵਕੂਫੀ ਅਤੇ ਬੇਇਨਸਾਫੀ ਉੱਤੇ ਅਫਸੋਸ ਅਤੇ ਪਛਤਾਵਾ ਕਰਨ ਲੱਗ ਪਏ ਹਨ, ਅਜੇ ਅੱਗੇ ਨੂੰ ਹੋਰ ਕਰਨਗੇ। ਹੋਰ ਮੈਂ ਇਸ ਜਗ੍ਹਾ ਹਰ ਪ੍ਰਕਾਰ ਆਨੰਦ ਪ੍ਰਸੰਨ ਹਾਂ, ਮੈਨੂੰ ਕੋਈ ਹਰਖ ਸੋਗ ਨਹੀਂ, ਪਰ ਹਾਲਤ ਵਿੱਚ ਉਸਦੀ ਰਜ਼ਾ ਵਿੱਚ ਰਾਜ਼ੀ ਹਾਂ। ਪਰ ਇਸ ਗੱਲ ਉੱਤੇ ਬੜਾ ਹੀ ਅਫਸੋਸ ਆਉਂਦਾ ਹੈ ਕਿ ਆਪ ਜੈਸੇ ਸਰਕਾਰੀ ਕਰਮਚਾਰੀ ਵੀ ਸੱਚ ਨਹੀਂ ਬੋਲਦੇ। ਆਪ ਨੂੰ ਸਾਫ਼ ਮਾਲੂਮ ਹੈ ਕਿ ਇੱਥੇ ਆਉਣ ਦਾ ਕਾਰਨ ਕੁਝ ਹੋਰ ਹੈ, ਪਰ ਦੱਸ ਕੁਝ ਹੋਰ ਰਹੇ ਹੋ। ਕੀ ਇਹ ਸਰੀਹਣ ਝੂਠ ਨਹੀਂ? ਜਾਣ ਬੁੱਝ ਕੇ ਅਸਲ ਗੱਲ ਤੇ ਪਰਦਾ ਪਾ ਰਹੇ ਹੋ ਅਤੇ ਮੈਨੂੰ ਬੇਵਕੂਫ ਬਣਾਉਣ ਦੇ ਯਤਨ ਵਿੱਚ ਖੁਦ ਆਪ ਵੀ ਬੇਵਕੂਫ ਬਣ ਰਹੇ ਹੋ। ਕਿ ਮੈਨੂੰ ਇਤਨਾ ਵਕੂਫ ਨਹੀਂ ਕਿ ਜੇਲ੍ਹ ਕਰਮਚਾਰੀਆਂ ਨੇ ਕੀ ਗਲਤੀ ਕੀਤੀ ਹੈ ਅਤੇ ਇਹਨਾਂ ਦੇ ਆਖੇ ਲੱਗ ਕੇ ਆਪ ਨੇ ਇਸ ਤੋਂ ਵੀ ਭਾਰੀ ਗਲਤੀ ਇਹ ਕੀਤੀ ਹੈ ਕਿ ਇਹਨਾਂ ਦੀ ਬੇਵਕੂਫੀ ਬਾਰੇ ਅਣਜਾਣ ਹੋ ਕੇ ਉਸ ਬੇਸਮਝੀ ਦੀ ਗਲਤ ਕਥਾ ਨੂੰ ਰਿਪੋਰਟ ਦੀ ਸ਼ਕਲ ਵਿੱਚ ਉਤਾਹਾਂ ਧੱਕ ਦਿੱਤਾ ਹੈ ਅਤੇ ਹੁਣ ਤੁਸੀਂ ਮੈਨੂੰ ਇਹ ਸਾਰੀਆਂ ਗੱਲਾਂ ਦਾ ਵਕੂਫ ਰੱਖਣ ਵਾਲੇ ਨੂੰ ਬੇਵਕੂਫ ਫਰਜ਼ ਕਰਕੇ ਆਪਣੇ ਆਪ ਨੂੰ ਹੋਰ ਵੀ ਬੇਵਕੂਫ ਬਣਾ ਰਹੇ ਹੋ। ਬਸ ਆਪਣੀ ਇਸ ਬੇਵਕੂਫ ਨੂੰ ਢਕੀ ਰਹਿਣ ਦਿਓ ਅਤੇ ਆਪਣੇ ਰਾਹ ਪਵੋ। ਕੂੜ ਕੁਸੱਤ ਦਾ ਪਰਦਾ आपे उगड़ आवेगा। आईजी, नहीं सरदार साहिब, आपको किसी ने गलत फहमी में डाल दिया है और ना हक आपको रंज पहुंचाया। मैं, रंज खालसे नूं कुछ नहीं पहुंचदा, काले लेख लिखण वालियां नूं ही अलसेटां पैणगीਆਂ ਅਤੇ रंज पहुंचणगे।
ਸਾਡਾ ਕੋਈ ਕੀ ਵਿਗਾੜ ਸਕਦਾ ਹੈ। ਜੋ ਨਿਰਦੋਸ਼ੀਆਂ ਤੇ ਦੂਸ਼ਣ ਲਾਏਗਾ ਉਹ ਆਪਣੀ ਆਕਬਤ ਹੀ ਖਰਾਬ ਕਰੇਗਾ, ਆਪਣੀ ਪਰਮਾਰਥੀ ਰਾਹ ਵਿੱਚ ਆਪ ਹੀ ਕੰਡੇ ਬੀਜੇਗਾ ਜੋ ਉਸ ਨੂੰ ਹੀ ਚੁਭਣਗੇ ਅਤੇ ਉਸੇ ਨੂੰ ਹੀ ਚੁਗਣੇ ਪੈਣਗੇ। ਇਹ ਤਰਦੀਆਂ ਗੱਲਾਂ ਸੁਣ ਕੇ ਨਵੇਂ ਆਈਜੀ ਵੀ ਆਪਣੇ ਲਾਓ ਲਸ਼ਕਰ ਨੂੰ ਲੈ ਕੇ ਤੁਰਦੇ ਹੋਏ ਅਤੇ ਖਾਲਸਾ ਆਪਣੇ ਰੰਗ ਤਰੰਗਾਂ ਵਿੱਚ ਮਸਤ ਮੌਜੀ ਹੋਈ ਰਿਹਾ। ਰੰਗ ਮਸਤੀਆਂ ਵਿੱਚ ਇੱਥੇ ਉਦੋਂ ਵੀ ਸੋਹਣੀ ਵਿਹਾਉਂਦੀ ਰਹੀ। ਵਾਹ ਬੰਦੀ ਅੰਦਰ ਬੰਦਗੀ, ਕਰਾਵਣ ਹਾਰੇ ਦਾ ਤਾਰ, ਤੇਰੇ ਦਾਤ ਚੋਜ ਨਰਾਲੇ ਹਨ। ਸੱਚਮੁੱਚ ਤੇਰੇ ਨਾਮ ਭਜਨ ਦੇ ਪ੍ਰਤਾਪ ਕਰ ਅੱਜ ਸਾਨੂੰ ਬੰਦੀ ਖਾਨੇ ਹੀ ਬੈਕੁੰਠ ਧਾਮ ਬਣੇ ਹੋਏ ਹਨ। ਵਾਹ ਤੇਰੇ ਭਜਨ ਅਭਿਆਸ ਦੀਆਂ ਬਰਕਤਾਂ, ਜਦ ਤੂੰ ਅੰਤਰ ਆਤਮੇ ਆਨੰਦ ਖੇੜੇ ਖਿੜਾ ਛੱਡੇ ਤਾਂ ਅੰਤਰ ਬਾਹਰ ਸਾਰੇ ਹੀ ਖਿੜਿਆ ਹਰਿਆ ਬਾਗ ਦਿਖਾਈ ਦੇ ਰਿਹਾ ਹੈ। ਗੁਰ ਚਾਨਣ ਜੋਤ ਚਿਰਾਗ ਦੀਆਂ ਜੋਤ ਕਿਰਨਾਂ ਦੇ ਪ੍ਰਭਾਵ ਕਰ ਨਭ ਨਾਵ ਅੰਤਰ ਜੋਤ ਰਸ ਸਰੋਵਰ ਹੀ ਲੈ ਲਹਾਏ ਰਿਹਾ ਹੈ। ਨਾਮ ਪ੍ਰੇਮ ਰਸ ਦਾ ਆਨੰਦ ਮੰਗਲ। ਸ਼੍ਰੀ ਸਾਧੂ ਰਾਧਾ ਸਿੰਘ ਜੀ ਨੇ ਚੀਫ ਹੈਡਵਾਰਡਰ ਨੂੰ ਆਖ ਕੇ ਆਪਣੀ ਡਿਊਟੀ ਇੱਥੇ ਹੀ ਲਵਾ ਲਈ। ਜਦ ਡਿਊਟੀ ਪਵੇ ਤਾਂ ਇੱਥੇ ਹੀ ਪਵੇ। ਦਿਨ ਰੈਣ ਰਸ ਭਿੰਨੀਆਂ ਮੌਜਾਂ ਬਹਾਰਾਂ ਹੀ ਬਣ ਆਈਆਂ। ਰਾਤ ਨੂੰ ਠੰਡੀਆਂ ਮਿੱਠੀਆਂ ਪ੍ਰੇਮ ਗੰਧ ਲਪਟਾਇਨ ਪਾਉਣਾ ਅੰਦਰ ਗੁਫਾ ਵਿੱਚ ਸੱਜਿਆਂ ਨੂੰ ਹੀ ਖੁੱਲੀਆਂ ਡੁੱਲੀਆਂ ਆਉਣ। ਸੁਰਤ ਸਹਿਜ ਗਗਨ ਉਡਾਰੀਆਂ ਦੇ ਚੜਾਓ ਚੜੇ ਰਹਿਣ ਅਤੇ ਦਿਨੇ ਉਸ ਤੋਂ ਵੀ ਅਧਿਕ ਮੌਜ ਮਲਾਰਾਂ ਬਣੀਆਂ ਰਹਿਣ। ਕਦੇ ਗੁਲਾਬ ਦੇ ਬੂਟਿਆਂ ਹੇਠ ਤਾੜੀਆਂ ਜਾ ਲੱਗਣ ਅਤੇ ਰਾਧਾ ਸਿੰਘ ਜੀ ਫੁੱਲਾਂ ਦੇ ਹਾਰ ਗੁਫ ਲਿਆਵਣ ਅਤੇ ਗੁਰਬਾਣੀ ਦੀਆਂ ਪੋਥੀਆਂ ਉੱਤੇ ਚੜਾਉਣ ਅਤੇ ਮੋਗਰੇ ਮੌਲਸਰੀਆਂ ਦੇ ਗੁੰਚੇ ਸਫੁਲਤ ਹੋਏ ਆਪਣੀਆਂ ਲਪਟਾਂ ਛੱਡਣ। ਉਛਾਲੇ ਉੱਠਣ ਤਾਂ ਕੀਰਤਨ ਦੀਆਂ ਘੁਮਰਾਂ ਪੈਣ ਲੱਗ ਜਾਣ। ਦਾਸ ਦੀ ਦਿਨ ਰੈਣ ਅੱਖ ਉਗੜੇ ਹੀ ਨਾ। ਅੰਬ ਨਿੰਮਾਂ ਦੀਆਂ ਗੂੜੀਆਂ ਛਾਂ ਆਪਣੇ ਵੱਲ ਅਲੱਗ ਖਿੱਚ ਪਾਉਣ। ਸੁਗੰਧਤੀ ਚਮਨਾ ਵਿਚਕਾਰ ਵਿਸ਼ੇ ਸਬਜ਼ ਮਖਮਲੀ ਨਰਮ ਘਾਸ ਦੇ ਫਰਸ਼ ਆਪਣੀ ਵੱਲ ਧੂਹਣ। ਪਰ ਜਿੱਥੇ ਬਹੀਏ ਤਿੱਥੇ ਘੰਟਿਆਂ ਬੱਧੇ ਬੈਠੇ ਹੀ ਰਹੀਏ। ਕੋਈ ਟੁੰਮ ਕੇ ਹਿਲਾਵੇ ਤਾਂ ਭੋਜਨ ਆਹਾਰ ਤਿਆਰ ਕਰਨਾ ਸੁੱਝੇ, ਨਹੀਂ ਤਾਂ ਪਈਆਂ ਰਸਦਾਂ ਇਕੱਠੀਆਂ ਹੁੰਦੀਆਂ ਰਹਿਣ। ਕਈ ਦਿਨਾਂ ਪਿੱਛੋਂ ਇੱਕੋ ਵਾਰੀ ਸਾਰੀ ਸਮੱਗਰੀ ਲੇਖੇ ਲਾ ਲੈਣੀ। ਅਤਿਥੀਆਂ ਦੀਆਂ ਪਾਂਤਾਂ ਪੰਗਤਾਂ ਇੱਥੇ ਅੱਗੇ ਨਾਲੋਂ ਵੀ ਅਧਿਕ ਆਨੰਦਤਾ ਸੁਗਮ ਸੁਧੀਰਤਾ ਸਹਿਤ ਲੱਗਣ। ਕਈ ਪ੍ਰਕਾਰੀ ਪ੍ਰਸ਼ਾਦ ਖਾਣੇ ਸਜਿਆ ਕਰਨ। ਤੋਰੀਆਂ ਦੀਆਂ ਬੇਲਾਂ ਉੱਥੇ ਫੈਲ ਰਹੀਆਂ ਹੋਈਆਂ। ਟਮਾਟਰਾਂ ਦੇ ਬੂਟਿਆਂ ਦੀਆਂ ਟਾਹਣੀਆਂ ਟਮਾਟਰਾਂ ਨਾਲ ਲੱਦੀਆਂ ਹੋਈਆਂ। ਆਲੂਆਂ ਦੇ ਖੇਤਾਂ ਦੇ ਖੇਤ, ਉਦਾਲੇ ਛਪਾਲੇ ਸਬਜ਼ੀ ਭਾਜੀ ਦਾ ਕੁਛ ਅੰਤ ਨਾ। ਜਿੰਨੇ ਚਾਹੋ ਦੇਗੇ ਚਾੜੋ, ਪਰ ਇੱਥੇ ਖਾਣ ਪੀਣ ਦੀ ਕਿਹਨੂੰ ਸੁੱਝਦੀ ਸੀ। ਨਾਮ ਭੋਜਨ ਆਹਾਰ ਦੇ ਰੱਜਵੇਂ ਆਧਾਰ ਬਣੇ ਰਹਿੰਦੇ ਸੀ। ਦੋਖੀਆਂ ਨੇ ਤਾਂ ਆਪਣੇ ਜਾਣੇ ਦੁੱਖ ਦੇਣ ਲਈ ਅਤੇ ਔਖਾ ਕਰਨ ਲਈ ਇਸ ਇਕੱਲ ਦੀ ਸਜ਼ਾ ਦਿੱਤੀ ਸੀ, ਪਰ ਇੱਥੇ ਔਖਿਆਈਆਂ ਕਾਹਦੀਆਂ, ਸਗੋਂ ਅੱਠੋ ਪਹਿਰ ਸਦਾ ਬਸੰਤ ਬਹਾਰ ਵਿਨੋਦ ਬਣੇ ਰਹਿਣ। ਸਗੋਂ ਜੇਲ੍ਹ ਕਰਮਚਾਰੀਆਂ ਨੂੰ ਨਿਤ ਨਵੀਂ ਹਫੜਾ ਦਫੜੀ ਪਈ ਰਹੇ। ਜੰਗਲਿਆਂ ਵਾਲੇ ਮਾਮਲੇ ਦੇ ਕਜ਼ੀਏ ਹੀ ਉਹਨਾਂ ਦੇ ਅਜਿਹੇ ਗਲ ਪਏ ਕਿ ਮੁੱਕਣ ਵਿੱਚ ਹੀ ਨਾ ਆਉਣ। ਜੇਲ੍ਹ ਦੀ ਇਮਾਰਤ ਵਿੱਚ ਭੰਨ ਤੋੜ ਕੇ ਬਦਲਾ ਸਦਲੀ ਕਰਦੇ ਰਹਿਣ। ਥਮਲੇ ਨਵੇਂ ਗਾਡਰ ਪਾ ਕੇ ਬਣਾਏ। ਜੰਗਲਿਆਂ ਦੀ ਪੜਤਾਲ ਕਰਨ ਉੱਪਰੋਂ ਇੱਕ ਦਿਨ ਸਿਵਲ ਇੰਜੀਨੀਅਰ ਜੇਲ੍ਹ ਅੰਦਰ ਆਏ। ਭੌਂਦੇ ਇੱਧਰ ਖਾਲਸੇ ਦੀ ਪੰਚਵਟੀ ਵੱਲ ਵੀ ਆ ਗਏ। ਸਾਧੂ ਰਾਧਾ ਸਿੰਘ ਹੋਰਾਂ ਨੇ ਇਸ ਤਪੋਬਨੀ ਅਸਥਾਨ ਦਾ ਨਾਮ ਪੰਚਵਟੀ ਧਰ ਲਿਆ ਸੀ। ਮੇਰੇ ਵਾਲੀ ਕੋਠੀ ਦੇ ਜੰਗਲੇ ਵੀ ਆ ਕੇ ਠੋਕਣ ਲੱਗਾ ਤਾਂ ਮੈਂ ਪੁੱਛਿਆ, ਕਿਸ ਲਈ ਠੋਕਦੇ ਹੋ? ਤਾਂ ਉਸ ਆਖਿਆ ਕਿ ਐਵੇਂ ਸਿਰ ਪਈ ਬਲਾ ਨਿਬੇੜਦੇ ਹਾਂ। ਸਾਨੂੰ ਹੁਕਮ ਹੋਇਆ ਹੈ ਕਿ ਜੇਲ੍ਹ ਦੇ ਸਾਰੇ ਜੰਗਲੇ ਠੋਕ ਵਜਾ ਕੇ ਦੇਖੋ ਅਤੇ ਪੜਤਾਲ ਕਰਕੇ ਰਿਪੋਰਟ ਕਰੋ ਕਿ ਕਿਹੜੇ ਜੰਗਲੇ ਰੱਦੀ ਹੋ ਗਏ ਹਨ ਅਤੇ ਉਹਨਾਂ ਦੇ ਰੱਦੀ ਹੋਣ ਦਾ ਕੀ ਕਾਰਨ ਹੈ। ਤਾਂ ਮੈਂ ਉਸਨੂੰ ਆਖਿਆ ਕਿ ਇਹ ਜੇਲ੍ਹ ਬਹੁਤ ਪੁਰਾਣੇ ਸਮੇਂ ਦਾ ਬਣਿਆ ਹੋਇਆ ਹੈ। ਖਬਰ ਨਹੀਂ ਕਿੰਨੇ ਕੌੜੀਆਂ ਬਰਸ ਗੁਜ਼ਰ ਗਏ, ਜੰਗਲੇ ਪੋਲੇ ਪੈ ਗਏ ਹੋਣੇ ਹਨ। ਤੁਸੀਂ ਪੁਰਾਣੀਆਂ ਬਾਰਕਾਂ ਦੇ ਜੰਗਲੇ ਵੀ ਜਾ ਕੇ ਦੇਖੋ ਤਾਂ ਐਵੇਂ ਜਿਵੇਂ ਹੀ ਪੋਲੇ ਪਏ ਹੋਣਗੇ। ਵੈਸੇ ਜੰਗਲਿਆਂ ਨੂੰ ਠਕੋਰ ਕੇ ਤਾਂ ਜੇਲ੍ਹ ਵਾਲੇ ਹਮੇਸ਼ਾ ਹੀ ਦੇਖਦੇ ਹਨ। ਉਸਨੂੰ ਇਹ ਗੱਲ ਜੱਚ ਗਈ ਤੇ ਇੱਕ ਪੁਰਾਣੀ ਬਾਰਕ ਦੀਆਂ ਬਾਰੀਆਂ ਦੀਆਂ ਸੀਖਾਂ ਜਦ ਜਾ ਕੇ ਉਸਨੇ ਠਕੋਰੀਆਂ ਤਾਂ ਹੇਠੋਂ ਸਭ ਹਿੱਲਣ, ਉੱਪਰੋਂ ਖਿੱਚੀਆਂ ਤਾਂ ਬਾਹਰ ਨਿਕਲ ਆਈਆਂ। ਉਸਨੇ ਝੱਟ ਲਿਆ ਕੇ ਜੇਲਰ ਸੁਪਰੀਡੈਂਡੈਂਟ ਨੂੰ ਵਿਖਾਈਆਂ। ਇਸ ਬਾਰਕ ਵਿੱਚ ਤਾਂ ਕਦੇ ਪੰਜਾਬੀ ਪੋਲੀਟੀਕਲ ਸਿੱਖ ਬੰਦ ਨਹੀਂ ਸੀ ਰਹੇ। ਬੰਦ ਦਾ ਕੀ ਰਹਿਣਾ ਸੀ, ਕਦੇ ਇਸ ਦੇ ਨੇੜਿਓਂ ਦੀ ਲੰਘੇ ਵੀ ਨਹੀਂ ਸਨ। ਸਿਵਲ ਇੰਜੀਨੀਅਰ ਨੇ ਨਿਝੱਕ ਹੋ ਕੇ ਰਿਪੋਰਟ ਦੇ ਦਿੱਤੀ ਕਿ ਪੁਰਾਣੀਆਂ ਬਾਰਕਾਂ ਤੇ ਪੁਰਾਣੀਆਂ ਸੈੱਲਾਂ ਦੇ ਜੰਗਲੇ ਸਭ ਨਾਕਸ ਹੋ ਚੁੱਕੇ ਹਨ। ਇਸ ਦੀ ਰਿਪੋਰਟ ਪੁੱਜਣ ਸਾਰ ਹੀ ਸਾਰੀ ਜੇਲ੍ਹ ਦੇ ਜੰਗਲੇ ਰੱਦੀ ਕਰ ਦਿੱਤੇ ਗਏ। ਸਭ ਦੀਆਂ ਅੱਖਾਂ ਉਘੜ ਆਈਆਂ।
ਜੇਲਰ, ਸੁਪਰਿਟੈਂਡੈਂਟ ਅਤੇ IG ਆਪਣੇ ਕੀਤੇ ਉੱਤੇ ਬੜੇ ਨਾਦਮ ਹੋਏ। ਸੁਪਰਿਟੈਂਡੈਂਟ ਅਤੀ ਨਿੰਮੋ ਝੂਣਾ ਹੋਇਆ ਮੇਰੇ ਪਾਸ ਆਇਆ ਅਤੇ ਅਤਿਅੰਤ ਅਫਸੋਸ ਕਰਦਾ ਹੋਇਆ ਬੋਲਿਆ ਕਿ ਸੱਚਮੁੱਚ ਅਸੀਂ ਆਪ ਦੇ ਨਾਲ ਬੜਾ ਅਨਰਥ ਕੀਤਾ ਹੈ ਅਤੇ ਜੇਲਰ ਨੂੰ ਕਹਿ ਦਿੱਤਾ ਕਿ ਤੁਹਾਨੂੰ ਆਪਣੇ ਸਾਥੀਆਂ ਵਿੱਚ ਹੀ ਭੇਜ ਦੇਵੇ। ਮੈਂ ਆਖਿਆ, ਹੁਣ ਮੈਨੂੰ ਇੱਥੇ ਹੀ ਰਹਿਣ ਦਿਓ, ਉੱਥੇ ਲੈ ਜਾ ਕੇ ਕੋਈ ਹੋਰ ਉਪਾਧੀ ਖੜੀ ਕਰੋਗੇ ਸੋ ਉਪਾਧੀ ਦੇ ਥਾਂ ਨਾਲੋਂ ਇਹੋ ਅਟੰਕ ਥਾਂ ਚੰਗਾ ਹੈ। ਪਰ ਜ਼ੋਰ ਪਾ ਕੇ ਮੈਨੂੰ ਲੈ ਹੀ ਗਏ। ਇਹਨਾਂ ਦਿਨਾਂ ਵਿੱਚ ਹੀ ਪੰਜਾਬ ਦੇਸੋਂ ਦਾਸ ਦੇ ਘਰ ਵਾਲਿਆਂ ਦੀ ਮੁਲਾਕਾਤ ਹੋਈ ਸੀ। ਨਿੰਮੋ ਝਾਣੇ ਹੋਇਆਂ ਨੇ ਮੁਲਾਕਾਤ ਖੂਬ ਕਰਾਈ। ਮੁਲਾਕਾਤ ਉਹ ਖਾਸ ਕਰਕੇ ਆਪਣੀਆਂ ਕਰਤੂਤਾਂ ਉੱਤੇ ਪਾਣੀ ਫੇਰਨਾ ਚਾਹੁੰਦੇ ਸਨ। ਖੂਬ ਰੱਜਵਾਂ ਵਕਤ ਮੁਲਾਕਾਤ ਦਾ ਦਿੱਤਾ। 2 ਦਿਨ ਬਰਾਬਰ 4-4 ਘੰਟੇ ਤਾਈਂ ਮੁਲਾਕਾਤ ਕਰਾਈ। ਇਸ ਮੁਲਾਕਾਤ ਪਰ ਵੀਰ ਸੁਰਜਨ ਸਿੰਘ ਵੀ ਦਾਸ ਦੀ ਸੁਪਤਨੀ ਕਰਤਾਰ ਕੌਰ ਦੇ ਨਾਲ ਆਏ ਸਨ। ਸਾਰੀ ਜੇਲ੍ਹ ਲਾਈਫ ਵਿੱਚ ਇਹੋ ਰੱਜਵੀਂ ਮੁਲਾਕਾਤ ਸੀ। ਇਹ ਪਹਿਲੀ ਵਾਰ ਸੀ ਕਿ ਸਾਨੂੰ ਦੇਸ਼ ਪੰਜਾਬ ਦੇ ਅੰਦਰੂਨੀ ਹਾਲਾਤ ਦਾ ਪਤਾ ਲੱਗਾ। ਇਸ ਮੁਲਾਕਾਤ ਵਿੱਚ ਵੀਰ ਸੁਰਜਨ ਸਿੰਘ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦਾ ਸਾਰਾ ਹਾਲ ਦੱਸਿਆ ਤੇ ਪੰਥਕ ਦਸ਼ਾ ਦੀਆਂ ਹੋਰ ਵੀ ਤਰਦੀਆਂ ਗੱਲਾਂ ਦੱਸੀਆਂ। ਜੇਲਰ ਤੇ ਮੇਮ ਕੋਲ ਬੈਠੇ ਮਾਦੋ ਮੁਟੰਨ ਹੋਏ ਬਿਟ ਦੇਖਦੇ ਰਹੇ। ਉਹਨਾਂ ਨੇ ਤਾਂ ਇਹ ਤਕੜਾਈ ਹੀ ਰੱਖਣੀ ਸੀ ਕਿ ਕੋਈ ਚੀਜ਼ ਦੇ ਲੈ ਨਾ ਜਾਣ। ਬਾਹਰਲੇ ਵੀਰਾਂ ਸੋਹਨ ਸਿੰਘ ਜੀ ਅਤੇ ਹੀਰਾ ਸਿੰਘ ਜੀ ਮੋਟਰ ਵਾਲਿਆਂ ਨੇ ਇਸ ਸਮੇਂ ਸਾਡੇ ਮੁਲਾਕਾਤੀਆਂ ਦੀ ਬੜੀ ਭਾਰੀ ਸੇਵਾ ਕੀਤੀ। ਇਹ ਸੱਜਣ ਸ਼ਹਿਰ ਹਜ਼ਾਰੀ ਬਾਗ ਵਿੱਚ ਕਈ ਸਾਲਾਂ ਤੋਂ ਰਹਿੰਦੇ ਸਨ ਅਤੇ ਇੱਥੇ ਇਹਨਾਂ ਦਾ ਮੋਟਰਾਂ ਦਾ ਕੰਮ ਸੀ। ਜੇਲ੍ਹ ਸ਼ਹਿਰ ਤੋਂ ਤਕੜੀ ਦੂਰ ਸੀ। ਰੋਜ਼ ਆਪਣੀ ਮੋਟਰ ਵਿੱਚ ਮੁਲਾਕਾਤੀਆਂ ਨੂੰ ਲਿਜਾਂਦੇ ਤੇ ਲਿਆਉਂਦੇ ਰਹੇ ਅਤੇ ਆਪਣੇ ਘਰ ਨਿਵਾਸ ਦੇ ਕੇ ਹਰ ਪ੍ਰਕਾਰ ਦੀ ਪ੍ਰਾਹੁਣਾਚਾਰੀ ਕਰਦੇ ਰਹੇ। ਦਾਸ ਉਹਨਾਂ ਦੋਹਾਂ ਹੀ ਵੀਰਾਂ ਦੀ ਇਸ ਮਰਵਤ ਨੂੰ ਕਦੇ ਆਪਣੇ ਹਿਰਦਿਓਂ ਨਹੀਂ ਭੁਲਾ ਸਕਦਾ। ਮੁਲਾਕਾਤੀ ਮੁਲਾਕਾਤ ਕਰ ਗਏ ਅਤੇ ਦੇਸ ਰਮਣ ਦੀਆਂ ਤਾਂਘਾਂ ਲਾ ਗਏ। ਅੱਜ ਤਾਈਂ ਦਾਸ ਆਪਣੇ ਆਪ ਨੂੰ ਘਰ-ਬਾਰ, ਪਰਿਵਾਰ, ਕਬੀਲੇ ਵੱਲੋਂ ਸਦਾ ਲਈ ਟੁੱਟਿਆ ਨਿਖੁੱਟਿਆ ਹੀ ਸਮਝਦਾ ਸੀ। ਸ੍ਰੀਮਤੀ ਕਰਤਾਰ ਕੌਰ ਜੀ ਆ ਕੇ ਸੰਸਾਰ ਨਾਲ ਫੇਰ ਗੰਢ ਪਵਾ ਗਏ। ਨਹੀਂ ਤਾਂ ਸੰਸਾਰ ਵੱਲੋਂ ਵੀ ਉੱਕੇ ਨਿਰਾਸ਼ ਹੋ ਕੇ ਉਪਰਾਮ ਹੋ ਚੁੱਕੇ ਸੀ ਅਤੇ ਬਹੁੜ ਮੇਲ ਮਿਲਾਪ ਦੀਆਂ ਸਭ ਆਸਾਂ ਤੋੜ ਬੈਠੇ ਸੀ। ਪੂਰਨ ਨਿਰਾਸ਼ਤਾ ਪ੍ਰਾਮਤਾ ਹੋ ਚੁੱਕੀ ਸੀ ਕਿ ਅਸੀਂ ਕਿਸੇ ਦੇ ਨਹੀਂ ਅਤੇ ਸਾਡਾ ਕੋਈ ਨਹੀਂ। ਉਮਰ ਭਰ ਦੇ ਦੇਸ ਨਿਕਾਲੇ ਮਿਲ ਚੁੱਕੇ, ਪਿਛਲੀਆਂ ਝਾਕਾਂ ਸਭ ਮਿਟ ਚੁੱਕੀਆਂ ਸਨ। ਸੰਸਾਰ ਵਸੇਬੇ ਦਾ ਖਾਖਾ ਮਲੀਆ ਮੇਟ ਹੋ ਚੁੱਕਾ ਸੀ। ਇਸ ਮੁਲਾਕਾਤ ਨੇ ਪੰਜਾਬ ਦੇਸ ਵਾਸੀ ਘਰ ਦੀਆਂ ਮੁਹੱਬਤਾਂ ਫੇਰ ਜਗਾ ਦਿੱਤੀਆਂ ਅਤੇ ਬਿਰਹੋਂ ਦੇ ਸੱਜਰੇ ਸੱਲ ਫੇਰ ਖੜੇ ਹੋ ਗਏ। ਐਨ ਵੇਲੇ ਸਿਰ ਇਹ ਸੱਲ ਮੇਟਣ ਲਈ ਜੇਲ੍ਹ ਮੇਲੀਆਂ ਸਾਥੀਆਂ ਵਿੱਚ ਬਹੁੜ ਮਿਲਣ ਦੇ ਸੰਜੋਗ ਸਰੰਜਾਮ ਬਣ ਗਏ। ਜੇਲ੍ਹ ਬੇਲੀਆਂ ਨਾਲ ਅਟਖੇਲੀਆਂ ਕਰਨ ਦੇ ਦਿਹਾੜੇ ਆਏ ਤਾਂ ਹੋਰ ਅਸ਼ਟੰਡ ਖੜੇ ਹੋ ਗਏ। ਲਓ ਸੁਣੋ। ਅਫੀਮ ਦਾ ਟੰਟਾ। ਇਸ ਜੇਲ੍ਹ ਵਿੱਚ ਜੋ ਬੰਗਾਲੀ ਨਜ਼ਰਬੰਦ ਸਨ ਉਹ ਤਾਂ ਸਾਰੇ ਦੇ ਸਾਰੇ ਛੁੱਟ ਚੁੱਕੇ ਸਨ। ਸਾਡੇ ਸਾਥੀਆਂ ਨੂੰ ਕਈ ਵਾਰੀ ਅਦਲਾ ਬਦਲੀ ਕਰਕੇ ਬੰਗਾਲੀ ਸੈੱਲਾਂ ਵਿੱਚ ਲੈ ਜਾਂਦੇ ਹੁੰਦੇ ਸਨ। ਬੰਗਾਲੀਆਂ ਵਿੱਚੋਂ ਕਈ ਅਫੀਮੀ ਸਨ ਅਤੇ ਬਾਹਰੋਂ ਅਫੀਮ ਮੰਗਾ ਕੇ ਖਾਇਆ ਕਰਦੇ ਸਨ। ਕਈਆਂ ਨੇ ਤਕੜੀ ਅਫੀਮ ਆਪਣੀ ਕੋਠੀ ਦੇ ਜੰਗਲਿਆਂ ਦੇ ਹੇਠਾਂ ਲਾ ਕੇ ਗੁਪਤ ਰੱਖੀ ਹੋਈ ਹੁੰਦੀ ਸੀ। ਜਾਂਦੇ ਹੋਏ ਕਿਤੇ ਉਹ ਉਸ ਨੂੰ ਲਾ ਕੇ ਲੈ ਜਾਣਾ ਭੁੱਲ ਗਏ। ਜੰਗਲਿਆਂ ਦੀਆਂ ਹੇਠਲੀਆਂ ਫੱਟੀਆਂ ਦੇ ਹੇਠਾਂ ਹੀ ਚਿਪਕੀ ਪਈ ਰਹਿ ਗਈ। ਸਾਡੇ ਸਾਥੀ ਜੋ ਉਹਨਾਂ ਦੀਆਂ ਕੋਠੀਆਂ ਵਿੱਚ 1-2 ਵਾਰ ਗਏ ਤਾਂ ਉਹਨਾਂ ਉਹ ਅਫੀਮ ਉੱਥੋਂ ਲਾ ਲਿਆਂਦੀ। ਅਫੀਮ ਦਾ ਅਮਲੀ ਸਾਡੇ ਵਿੱਚੋਂ ਕੋਈ ਨਹੀਂ ਸੀ। ਕਿਸੇ ਨੂੰ ਐਵੇਂ ਹਿੜਬਸ ਭਾਵੇਂ ਹੋਵੇ। ਉਹਨਾਂ ਵਿੱਚੋਂ ਇੱਕ ਸੂਮ ਸਾਥੀ ਬਲਵੰਤ ਸਿੰਘ ਦੇ ਹੱਥ ਜੋ ਅਫੀਮ ਲੱਗੀ ਉਸਨੇ ਸੰਭਾਲ ਕੇ ਆਪਣੀ ਕੋਠੀ ਵਿੱਚ ਰੱਖ ਛੱਡੀ। ਨਾ ਖਾਧੀ ਨਾ ਖਾਣ ਲਈ ਕਿਸੇ ਨੂੰ ਦਿੱਤੀ। ਕਿਸੇ ਗੁੱਜੇ ਭੇਤੀ ਨੇ ਮੁਖਬਰੀ ਕਰ ਦਿੱਤੀ ਤਾਂ ਵਿਚਾਰੇ ਬਲਵੰਤ ਸਿੰਘ ਦੀ ਤਲਾਸ਼ੀ ਹੋ ਗਈ। ਅਫੀਮ ਨਿਕਲ ਆਈ ਤੇ ਕਿਸੇ ਨੇ ਇਹ ਵੀ ਝੱਖ ਮਾਰ ਦਿੱਤੀ ਕਿ ਅਫੀਮ ਰਣਧੀਰ ਸਿੰਘ ਦੇ ਰਾਹੀਂ ਬਾਹਰੋਂ ਆਈ ਹੈ। ਉਸਦੇ ਮੁਲਾਕਾਤੀ ਜੋ ਆਏ ਸਨ ਉਹ ਕੁਛ ਮਾਇਆ ਦੇ ਗਏ ਹੋਣਗੇ। ਉਸ ਮਾਇਆ ਦੇ ਤੁਫੈਲ ਇਹ ਅਫੀਮ ਬਲਵੰਤ ਸਿੰਘ ਕੋਲ ਆਈ ਹੈ। ਬਸ ਇਹ ਮੁਖਬਰੀ ਹੋਣ ਦੀ ਦੇਰ ਸੀ ਕਿ ਸਾਨੂੰ ਦੋਹਾਂ, ਮੈਨੂੰ ਅਤੇ ਬਲਵੰਤ ਸਿੰਘ ਨੂੰ ਸਜ਼ਾਈ ਕੋਠੀਆਂ ਵਿੱਚ ਬੰਦ ਕਰ ਦਿੱਤਾ। ਮੇਰੇ ਵੀਰ ਸ਼੍ਰੀ ਭਾਈ ਕਰਤਾਰ ਸਿੰਘ ਜੀ ਹੋਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੂਜੇ ਦਿਨ ਰੋਂਦ ਆਏ ਸੁਪਰਿਟੈਂਡੈਂਟ ਦੀ ਤਕੜੀ ਖਬਰ ਲਈ ਅਤੇ ਉਸਨੂੰ ਸਾਬਤ ਕਰ ਦਿੱਤਾ ਕਿ ਇਹ ਅਫੀਮ ਬੰਗਾਲੀ ਕੋਠੀਆਂ ਵਿੱਚੋਂ ਮਿਲੀ ਸੀ। ਨਾਲੇ ਹੋਰ ਕਈ ਸੱਜਣਾਂ ਦੀ ਸ਼ਹਾਦਤਾਂ ਦਵਾ ਦਿੱਤੀਆਂ ਜਿਨ੍ਹਾਂ ਨੂੰ ਅਫੀਮ ਉਹਨਾਂ ਕੋਠੀਆਂ ਵਿੱਚੋਂ ਮਿਲੀ ਸੀ। ਸਾਡੇ ਵੀਰ ਲਾਲ ਸਿੰਘ ਨੇ ਵੀ ਦੱਬ ਕੇ ਸ਼ਹਾਦਤ ਦਿੱਤੀ ਅਤੇ ਵੰਗਾਰ ਕੇ ਆਖਿਆ ਕਿ ਚਲੋ ਉਹਨਾਂ ਕੋਠੀਆਂ ਵਿੱਚ ਮੈਨੂੰ ਲੈ ਚਲੋ, ਅਜੇ ਬਹੁਤ ਥਾਈਂ ਅਫੀਮ ਚਿਪਕਾਈ ਹੋਈ ਦਿਖਾ ਦੇਵਾਂਗੇ। ਜਿੱਥੋਂ ਚਿਪਕੀ ਲੱਭੀ ਸੀ ਉੱਥੇ ਨਿਸ਼ਾਨ ਮਿਲ ਗਏ।
ਤਾਂ ਬੜੇ ਸ਼ਰਮਿੰਦੇ ਹੋਏ ਅਤੇ ਸਾਨੂੰ ਸਜ਼ਾਈ ਕੋਠੀਆਂ ਵਿੱਚੋਂ ਫੇਰ ਬਾਹਰ ਕਢਾ ਲਿਆਏ ਤੇ ਸਪੈਸ਼ਲ ਬਲਾਕ ਵਿੱਚ ਅਸੀਂ ਫੇਰ ਆਣ ਡੇਰੇ ਮੱਲੇ। ਕੁਝ ਦਿਨਾਂ ਪਿੱਛੋਂ ਉੱਥੇ ਇੱਕ ਗੋਰੇ ਵਾਰਡਰ ਨਾਲ ਸਾਡੇ ਸਾਥੀ ਜਨਾਂ ਦਾ ਕਿਸੇ ਗੱਲੇ ਤਕੜਾ ਤਕਰਾਰ ਹੋ ਗਿਆ ਜੋ ਸਾਡੇ ਹੁਣ ਯਾਦ ਨਹੀਂ। ਉਸ ਦਾ ਖਮਿਆਜਾ ਵੀ ਮੈਨੂੰ ਭਰਨਾ ਪਿਆ। ਮੈਨੂੰ ਫੇਰ ਇਕੱਲੇ ਨੂੰ ਕੱਢ ਕੇ ਉਸੇ ਪੰਚਵਟੀ ਅਸਥਾਨ ਤੇ ਲੈ ਗਏ। ਜੇਲ੍ਹ ਕਰਮਚਾਰੀਆਂ ਦੇ ਇਸ ਅਯੋਗ ਸਲੂਕ ਦੀ ਖਬਰ ਕਿਸੇ ਵਸੀਲੇ ਦਾਸ ਨੇ ਬਾਹਰ ਭੇਜ ਦਿੱਤੀ। ਬਾਹਰੋਂ ਪੰਜਾਬ ਵਿੱਚ ਇਹ ਖਬਰ ਪੁੱਜ ਗਈ ਤਾਂ ਵੀਰ ਸੁਰਜਨ ਸਿੰਘ ਹੋਰੀ ਫੇਰ ਮੁਲਾਕਾਤ ਨੂੰ ਪੁੱਜੇ, ਪਰ ਇਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਸੱਜਣ ਸਾਥੀ ਤਕੜੇ ਵਿਟਰ ਬੈਠੇ ਸਨ ਅਤੇ ਭੁੱਖ ਹੜਤਾਲੀ ਮੋਰਚੇ ਲਾਉਣ ਨੂੰ ਤਿਆਰ ਹੋ ਗਏ ਸਨ ਕਿ ਡਰ ਦੇ ਮਾਰਿਆਂ ਜੇਲਰ ਸੁਪਰਿੰਟੈਂਡੈਂਟ ਨੇ ਫਿਰ ਮਿੰਨਤ ਸਮਾਂ ਜਤਾ ਕਰਕੇ ਇੱਧਰ ਲੈ ਆਂਦਾ। ਪਰ ਐਤਕੀ ਮੈਨੂੰ ਤੇ ਦੁਧਾਧਾਰੀ ਵੀਰ ਜਿੰਦਰ ਸਿੰਘ ਨੂੰ ਇੱਕ ਬਲਾਕ ਵਿੱਚ ਇਕੱਠੇ ਹੀ ਰੱਖਿਆ। ਕੁਝ ਦਿਨ ਮੇਰੇ ਪਾਸ ਪਹਿਲਾਂ ਵੀਰ ਸੱਜਣ ਸਿੰਘ ਜੀ ਰਹੇ। ਸੱਜਣ ਸਿੰਘ ਦੀ ਗੁਰਮਤ ਵੈਰਾਗ ਦਸ਼ਾ ਇਨੀ ਦਿਨੀ ਪੂਰੇ ਜੋਬਨ ਉੱਤੇ ਸੀ। ਉਹਨਾਂ ਬਰਤਨ ਮਾਂਜਣ ਦੀ ਸੇਵਾ ਤੋਂ ਵਿਹਲੇ ਹੋ ਕੇ ਬਾਣੀਆਂ ਦੇ ਪਾਠਾਂ ਦਾ ਪ੍ਰਵਾਹ ਲਾਉਂਦੇ ਰਹਿਣਾ। ਇਨੀ ਦਿਨੀ ਮੌਸਮ ਵੀ ਅਬਰ ਬਹਾਰ ਸੀ। ਇੱਕ ਦਿਨ ਘਨਘੋਰ ਘਟਾ ਛਾਈ ਹੋਈ ਅਤੇ ਨਿੰਮੀ ਫੁਹਾਰ ਪੈ ਰਹੀ ਸੀ। ਅਸੀਂ ਬਾਹਰ ਚਿੱਤਰਕੁਟੀ ਬਿਰਛਾਂ ਤਲੇ ਆਪਣੇ ਆਤਮ ਰੰਗਾਂ ਵਿੱਚ ਬੈਠੇ ਆਨੰਦ ਲੈ ਰਹੇ ਸਾਂ ਕਿ ਅਮਰੀ ਕਾਂਘਾਂ ਉੱਠੀਆਂ। ਆਏ ਵੇਗਾਂ ਨੂੰ ਕੌਣ ਰੋਕੇ, ਮੋਹਨ ਪ੍ਰਾਨ ਮਾਨ ਰਾਗੀਲਾ ਦਾ ਸ਼ਬਦ ਤਰਾਨਾ ਤਰੰਗ ਉੱਠਿਆ ਤੇ ਸੁੱਤੇ ਹੀ ਰਾਗ ਮਲਾਰ ਦੀ ਸ਼ਾਨ ਵੱਜ ਗਈ। ਮਾਨੋ ਅਨਕ ਬਜੰਤਰ ਤਾਲ ਵੱਜਦੇ ਹਨ ਅਤੇ ਦਿਲ ਚੀਰਵੀਂ ਪੰਚਮ ਸੁਰਤੰਜਨੀ ਧੁਨੀ ਬੁਲੰਦ ਹੋਈ। ਸਾਰਾ ਨਭ ਪੁਲਾੜ ਗੂੰਜ ਉੱਠਿਆ। ਸੁਰ ਤਾਰ ਸੁੰਦਰ ਸਰੋਦ ਉਤਾਹਾਂ ਹੀ ਉਤਾਹਾਂ ਚੜ੍ਹਦੀ ਜਾਵੇ ਤੇ ਸ਼ਬਦ ਕੀਰਤਨ ਦੀ ਗੂੰਜ ਪਵੇ। ਸਾਰੇ ਜੇਲ੍ਹ ਵਿੱਚ ਧੁਨੀ ਗੂੰਜ ਉੱਠੀ। ਕੈਦੀ ਲੋਕ ਨਾਲ ਦੇ ਕਾਰਖਾਨਿਆਂ ਤੋਂ ਕੰਮ ਛੱਡ ਆਣ ਖਲੋਤੇ। ਸਾਰੇ ਚੱਕਰ ਚੁਰਸਤਿਆਂ ਮੂਹਰੇ ਝੁਰਮਟਾਂ ਆਣ ਲੱਗੀਆਂ। ਜੇਲ੍ਹ ਗੇਟ ਦੇ ਦਫ਼ਤਰੀ ਵੀ ਦਫ਼ਤਰਾਂ ਨੂੰ ਛੱਡ ਆ ਉਦਾਲੇ ਜਮ੍ਹਾਂ ਹੋਏ। ਜੇਲੋਂ ਬਾਹਰ ਬੰਗਲਿਆਂ ਵਿੱਚ ਵੀ ਸ਼ਬਦ ਘਨਘੋਰਾਂ ਜਾ ਸੁਣਾਈ ਦਿੱਤੀ। ਜੇਲਰ ਹੋਰੀ ਭੱਜੇ ਆਉਣ, ਸਾਹ ਨਾਲ ਸਾਹ ਨਾ ਰਲੇ। ਆਉਂਦੇ ਨੂੰ ਸ਼ਬਦ ਦਾ ਭੋਗ ਪੈ ਚੁੱਕਾ ਸੀ। ਜੇਲਰ ਨਾਲ ਉਸ ਸਮੇਂ ਜੋ ਬਾਤਚੀਤ ਹੋਈ ਉਹ ਹੁਣ ਯਾਦ ਨਹੀਂ ਰਹੀ, ਪਰ ਉਸ ਦਾ ਸਾਰ ਇਤਨਾ ਹੀ ਹੈ ਕਿ ਜੇਲਰ ਨੇ ਇਤਰਾਜ਼ ਇਹੋ ਕੀਤਾ ਕਿ ਕੰਮ ਦੇ ਵੇਲੇ ਕੀਰਤਨ ਨਾ ਕਰਿਆ ਕਰੋ। ਕੈਦੀ ਕੰਮ ਛੱਡ ਕੇ ਵਿਹਲੇ ਖੜੋਤੇ ਰਹਿੰਦੇ ਹਨ ਅਤੇ ਕੰਮ ਦਾ ਬੜਾ ਹਰਜ ਹੁੰਦਾ ਹੈ। ਉੱਪਰੋਂ ਬੜਾ ਇਤਰਾਜ਼ ਆਵੇਗਾ ਅਤੇ ਜੇਲ੍ਹ ਮੈਨੂਅਲ ਦੇ ਨਿਯਮਾਂ ਅਨੁਸਾਰ ਗਾਣਾ ਵਜਾਉਣਾ ਵੀ ਸਖਤ ਮਨਾ ਹੈ। ਤਾਂ ਦਾਸ ਨੇ ਉਸਦੇ ਉੱਤਰ ਵਿੱਚ ਆਖਿਆ ਕਿ ਜਦੋਂ ਸ਼ਬਦ ਤਰੰਗ ਉੱਠਦੀ ਹੈ ਤਾਂ ਮੇਰੇ ਵੱਸ ਦੀ ਗੱਲ ਨਹੀਂ ਰਹਿੰਦੀ। ਬਿਹਤਰ ਤਾਂ ਇਹ ਹੈ ਕਿ ਤੁਸੀਂ ਮੈਨੂੰ ਉਸੇ ਸੁੰਨੀ ਕੂਟ ਹੀ ਲੈ ਚੱਲੋ। ਪਰ ਲੈ ਚੱਲਣਾ ਕਿਸਨੇ ਸੀ? ਇੱਥੇ ਤਾਂ ਹੁਣ ਚਾਲਿਆਂ ਦੇ ਸਾਮਾਨ ਬਣੇ ਹੋਏ ਦਸਤੇ ਸਨ। ਸਾਰੇ ਜੇਲ੍ਹ ਦੇ ਜੰਗਲੇ ਨਾਕਸ ਗਰਦਾਨੇ ਜਾਣ ਕਰਕੇ ਨਵੇਂ ਜੰਗਲਿਆਂ ਦੇ ਬਣਾਉਣ ਲਈ 2.5 ਲੱਖ ਰੁਪਏ ਦਾ ਬਜਟ ਬਣਿਆ। ਬਿਹਾਰ ਉੜੀਸਾ ਦੀ ਗਵਰਨਮੈਂਟ ਇਹ ਸਾਰੀ ਰਕਮ ਪੰਜਾਬ ਗਵਰਨਮੈਂਟ ਪਾਸੋਂ ਮੰਗੇ। ਪੰਜਾਬ ਗਵਰਨਮੈਂਟ ਨੇ ਇਨਕਾਰ ਕਰ ਦਿੱਤਾ ਤਾਂ ਇਹਨਾਂ ਆਖਿਆ ਆਪਣੇ ਪੋਲੀਟੀਕਲ ਕੈਦੀ ਸਾਂਭੋ, ਅਸੀਂ ਇਹਨਾਂ ਦੇ ਰਵਾਦਾਰ ਨਹੀਂ। ਸੋ ਜਦੋਂ ਬਿਹਾਰ ਉੜੀਸਾ ਦੀ ਗਵਰਨਮੈਂਟ ਨੇ ਸਾਨੂੰ ਹੋਰ ਸਾਂਭੀ ਰੱਖਣ ਦੀ ਹਾਮੀ ਭਰਨੋਂ ਕੋਰਾ ਜਵਾਬ ਦੇ ਦਿੱਤਾ ਤਾਂ ਪੰਜਾਬ ਗਵਰਨਮੈਂਟ ਨੇ ਸੂਬੇ ਮਦਰਾਸ ਦੇ ਨਾਲ ਸੀਟੀ ਰਲਾ ਲਈ ਅਤੇ ਅੰਦਰੋਂ ਅੰਦਰ ਮਦਰਾਸ ਗਵਰਨਮੈਂਟ ਨਾਲ ਸੌਦਾ ਗੰਢ ਲਿਆ ਅਤੇ ਸਾਨੂੰ ਉੱਥੇ ਭੇਜਣ ਦਾ ਬੰਨ ਨੂੰ ਬੰਨ੍ਹ ਲਿਆ। ਹਜ਼ਾਰੀਬਾਗ ਨੂੰ ਕਾਲੇ ਪਾਣੀ ਬਣਾਉਣ ਲਈ ਵਿਉਂਤ ਨੂੰ ਵਿੱਚੇ ਹੀ ਉੱਲੀ ਲੱਗ ਗਈ ਜਾਂ ਸਿਉਂਕ ਖਾ ਗਈ। ਉੱਧਰ ਕਾਲੇ ਪਾਣੀ ਵਾਲੇ ਪਹਿਲੇ ਮੁਕੱਦਮਾ ਸਾਜ਼ਿਸ਼ ਦੇ ਸਾਡੇ ਸਾਥੀਆਂ ਨੂੰ ਕਾਲੇ ਪਾਣੀਓਂ ਮਦਰਾਸ ਸੂਬੇ ਵਿੱਚ ਮੰਗਾ ਭੇਜਣ ਦੀ ਮੀਜਾ ਮਿਣਤੀ ਮਿਲ ਗਈ। ਇਸ ਸਮੇਂ ਹਜ਼ਾਰੀਬਾਗ ਜੇਲ੍ਹ ਵਿੱਚ ਮੇਜਰ ਕੁੱਕ ਸੁਪਰਿੰਟੈਂਡੈਂਟ ਉੱਥੇ ਆਏ ਕਿ ਨਵੇਂ ਹੀ ਲੱਗੇ ਸੀ। ਇਹ ਆਦਮੀ ਰੱਦਿਓਂ ਤਾਂ ਖੋ ਰਹਿਤ ਸੀ ਅਤੇ ਨਿਰਾ ਨਿਸਕਪਟ, ਪਰ ਸਿੱਧਰਾ ਵੀ ਬੜਾ ਸੀ। ਦਿਲੋਂ ਬੁਰਾਈ ਕਿਸੇ ਦੀ ਨਹੀਂ ਚਾਹੁੰਦਾ ਸੀ। ਪਰ ਚਲਾਕ ਮਿਸਟਰ ਮੀਕ ਇਸ ਨੂੰ ਵੀ ਆਪਣਿਆਂ ਹੱਥਕੰਡਿਆਂ ਵਿੱਚ ਲੈ ਹੀ ਆਇਆ। ਇਹਨਾਂ ਦਿਨਾਂ ਵਿੱਚ ਹੀ ਕਈ ਕਾਰਨਾਂ ਕਰਕੇ ਸਾਡੇ ਅਤੇ ਸਾਥੀਆਂ ਦੇ ਫੇਰ ਕੜਾਕਿਆਂ ਦੇ ਮੋਰਚੇ ਲੱਗ ਗਏ। ਜਿਨ੍ਹਾਂ ਕਾਰਨਾਂ ਵਿੱਚੋਂ ਮੁੱਖ ਕਾਰਨ 2 ਹੀ ਮੇਰੇ ਯਾਦ ਸਨ, ਸੋ ਦੱਸਦਾ ਹਾਂ। ਭੈੜੀ ਖੁਰਾਕ ਤੇ ਦਸਤਾਰੇ ਤੇ ਕਛਹਿਰਿਆਂ ਦਾ ਮਾਮਲਾ। ਸਾਡੀ ਖਾਦ ਖੁਰਾਕ ਤੋਂ ਹੀ ਚੰਗੀ ਬੱਝੀ ਹੋਈ ਸੀ ਜਾਂ ਖਾਸ ਖਰਚੇ ਦੀ ਮਨਜ਼ੂਰੀ ਸੀ। ਪਹਿਲੇ ਇਨਫਲੂਐਂਜ਼ੇ ਦੀ ਬਿਮਾਰੀ ਪੈਣ ਸਮੇਂ ਹੋਰ ਬਹੁਤ ਸਾਰਾ ਫਾਲਤੂ ਖਰਚ ਹਜ਼ਾਰਾਂ ਦੀ ਗਿਣਤੀ ਵਿੱਚ ਗਵਰਨਮੈਂਟ ਪੰਜਾਬ ਦੇ ਜੁੰਮੇ ਪਾ ਦਿੱਤਾ ਗਿਆ। ਪੰਜਾਬ ਗਵਰਨਮੈਂਟ ਨੂੰ ਇੰਨਾ
खर्च देना दुब्बर हो गया। इधरों अंतरगति गुप्त रिपोर्टां पंजाब गवर्नमेंट पास पहुँच गईयां कि जो कुछ पंजाब गवर्नमेंट अपने सूबे दे सिख पोलीटिकलां वास्ते हज़ारीबाग जेल वालियां नूं भेजदी है, उस विचों बहुत सारी रकम खुर्द-बुर्द हो जाती है। पंजाबी राजसी कैदियां नूं उस विचों थोड़ा खर्च ही दिता जाता है। इस करके पंजाब गवर्नमेंट ने सब खर्चा बंद कर लिया और हुक्म भेज दिता कि हुण तुसीं जिवें हो सके थोड़े तो थोड़ा खर्च करो, भाव आम कैदियां वाली खाद खुराक देवो। बिहार उड़ीसा जेल डिपार्टमेंट ने हज़ारीबाग जेल विच साडे वास्ते पंजाब जेल मैनुअल वाली खाद खुराक जारी करन दा हुक्म भेज दिता। फिर की सी, सानू हुण सुक्के सोड़े ही रहना पिया। खुल्लियां गफ्फियां वालियां भुगतां बंद हो गईयां। आम कैदियां नालों भी मंदा हाल हो गया। बिहार उड़ीसा जेल खाने वाले अफसरां नूं जद पता लगा कि पंजाब जेलों विच हर एक कैदी नूं 2 छटांकां छोले भी दिते जांदे हन, तां उन्हां ने लंगर वालियां नूं छोलियां दी नफरी भी दे दित्ती। पर बिहारी कैदी की जानन कि छोले किवें भुन्नीदे हुंदे हन। सवेरे उठदियां नूं ही कच्चे छोले 2-2 छटांक मिल गए अते साडे साथियां नूं सुपरिटेंडेंट साहिब ने आन पुछया कि सुणाओ, अज तां पंजाबी खुराक मिल गई है, की हाल है। साडे साथियां नूं उन्हीं दिनी कणक विचों मिट्टी चुनन दा काम मिलदा हुंदा सी। सो सारियां ने सलाह करके 1-2 अंग्रेजी पढ़े साथियां नूं पहिलां ही आख छड्डिया सी कि इन्हां बारे अफसरां नाल डट के उत्तर प्रश्न करन अते सुपरिटेंडेंट नूं, जो कि आप ही मैडिकल अफसर भी सी, पुछण कि इस तो पहलां मरोड़ां दे बीमार कैदियां नूं कणक दी रोटी दी खुराक भी बंद सी। हुण दसो कि बीमार इस खुराक नूं खा के किस तरह बचणगे। जे पंजाबी कच्चे छोले खा के बच सकते हैं तो तुसी किरपा करके छोलियां दी खुराक लंगर विच ना भेजा करो, क्योंकि लांगरी लोग इस सुगात नूं चुरा लैणगे, जिस कारण जेल खाने वालियां दा तकड़ा नुकसान हो जाएगा, क्योंकि सारे बिहारी कैदी भी इसे सुगाती खुराक दी मंग करन लग पैणगे। साडे पास तां कणक दीयां ढेरियां पईयां ही रहिंदियां हन। असीं छोलियां दे थां कच्ची कणक ਚੱਬ के गुजारा कर लिया करांगे। पहले दिन तां लांगरियां ने रात नूं छोले भਿਉਂ छड्डे अते सवेरे कच्चे ही निमक मिर्च ला के साडे हवाले कीते। दूजे दिन अफसरां नूं दस्सिया गया कि पंजाब दे जेलां विच दाणे भुन्ने होए मिलदे हन, तां उन्हां हुक्म चाड़ दित्ता कि अच्छा, कल को दाणे भुना के दित्ते जाणगे। लंगर वालियां नूं कड़ाही दे दित्ती गई, पर उन्हां कदे दाणे भुजदे काहनूं देखे सन। उन्हां रेत कड़ाही विच पाया ही ना अते सारे छोलियां दे 2 भरा कीते। हेठां अग बाल छोलियां नूं हिलाई गए। किसे किसे दाणे नूं तां सेक भी ना लगा अते कई सड़ गए जां दागी हो गए। इस पर साडे अंग्रेजी पढ़े साथियां ने चंगे मखौल उड़ाए अते अफसरां नूं आख्या कि साडी इह खुराक थोड़ी थोड़ी तुसीं भी खाओ अते 4-4 सेर अपने पशुआं नूं खुआ के वेख लवो। जे तुहानूं अते पशुआं नूं सूल ना होण लग जावे तां सानूं कहना, क्योंकि इन्हां तुहाडे भुज्जे ते कच्चे छोलियां विच कोई फर्क नहीं। अफसर यह गल मन तां गए, पर गवर्नमेंट दे हुक्म नूं किस तरह मोड़न। इहो ही हाल रोटियां दा होया। पंजाब जेल मैनुअल विच खुराकां जो मक्की, बाजरा, कणक आदि लिखियां होईयां सन, सो इत्थे दे जेल वाले ओह सारे गल्ले खरीदण दीयां तैयारियां करन लगे। पर छोलियां वाले झगड़े ने ही साबित कर दिता कि असीं पंजाबी खुराक खा के नहीं बच सकते अते अफसर गवर्नमेंटी हुक्म नूं मनाउण उत्ते लक बन्नी बैठे हन, तां मजबूर होके भुख हड़ताली मोर्चे लाउणे पए। जिनी दिनी कि साडे साथी ते जेल वाले होर कैदी मरोड़ां ते पेचस नाल बीमार सन। बिहारी कैदी बहुत मर गए सन, पर साडे सुख ही रही। उन्हीं दिनी डॉक्टरां दा कोई इलाज कारगर ना होया तां भाई हीरा सिंह ने जोर दिता कि सानू देसी दवाई दित्ती जावे। भाई हीरा सिंह ने जो नुस्खा लिख के दिता, जेल वालियां ने वो सारा तां ना मंगाया, पर वड्डियां हरड़ां मंगा दित्तियां। कुदरत नाल ओह इलाज सूत आ गया ते ਸਿੰਘਾਂ ਨੂੰ फायदा होण लग पिया। पर डॉक्टर हर रोज़ हरड़ा ना लियाया करे, एक दिन इकट्ठियां ही दे जाया करे। ਸਿੰਘਾਂ कोल हरड़ा जमा रहन लग पईयां। भाई सज्जन सिंह ने हरड़ा कुट के रगड़ के तकड़ा पाइए 1.5 पाइए का पिन्ना बन के रख लिया। जो गोरे वार्डर दे नज़र पै गया, उसने समझिया कि यह बंब है। आप डरदा हथ ना लावे ते कहे ये क्या है। फिर सज्जन सिंह तो चुका के बाटी समेत चक्कर विच लै गया। उत्थे जेलर ते होर अफसरां नूं दस्सिया। अफसरां सारियां नूं शक पै गया। उन्हां नूं दस्सिया गया कि यह हरड़ां दी दवाई है। ओह मन्नण ना। उड़क उन्हां नूं पिन्ना तोड़ के दिखाया गया, पर पिन्ने दे तोड़न वेले ओह भज के लांबे हो गए।
जद उन्हां दी चंगी तसल्ली हुई तां बड़ा हासा पिया, पर अगे नूं हरड़ां दा मिलना बंद हो गया। पेचस नाल कैदियां दी हालत कमज़ोर हो गई सी, सो उन्हां दी सेहत ठीक करन लई दुध आदि दी खुराक दित्ती जाण लगी। इन्हां दिनां विच ही भाई हरी सिंह कक्कड़ पेचश ते पीड़ा आदि नाल कुछ समां बीमार रहा। ਉਹ अक्सर बीमारी के कारण कई चीज़ां खाण नूं मंग लैंदा सी। किसी ने इस पर मुखबरी भी कर दी कि यह सिख कैदियां नूं भजाउण दे आहार विच है। जेलर नाल भी इसते कई बार झगड़े हो पे, सो एक दिन इसनूं एवें बिना रिपोर्ट होया ही पालकी भेज के हस्पताल मंगवा लिया। हालांकि यह तुर फिर सकदा ते खासा तकड़ा सी। हस्पताल ले जाके इसनूं रात दी दवाई बना के दित्ती गई, जो पैरे वाले दे सपुर्द कीती गई कि इसनूं पियावो। पैरे वालियां हरी सिंह नूं दस्सिया कि यह दवाई जिसनूं असीं दिंदे हां ओह सवेर नूं मर जांदा हुंदा है, तू यह दवाई ना पी। पर हरी सिंह ने एक पहली खुराक पी लई। दवाई पीण पर उसनूं नशा जिहा चढ़ गया। उसने कैपी कर दित्ती ते रात नूं पानी दे टब विच जो अंदर पिया सी बैठ रहा ते होर खुराक ना पीती। रात नूं गोरे वार्डर पुछदे रहे कि पंजाबी कैदी दी हालत की है, तां हरी सिंह अगों उत्तर दिंदा कि हुण पंजाबी मरदा नहीं। सवेरे जदों डॉक्टर आया तां उसने पुछया की हाल है। इसने आख्या है चंगा है ते पीण लई चाह मंगी, क्योंकि इसनूं हमेशा चाह हस्पताल तो मिलदी सी। डॉक्टर ने कहा कि अज नहीं दे सकदे, कल दित्ती जावेगी। हरी सिंह ने कहा कि मैनूं बिना बीमार नूं पालकी विच चुक लिआए हो ते रात नूं दवाई तंग करन वाली दित्ती ते हुण चाह भी नहीं दिंदे, की तुसीं मारना है। यह कह के खिजे होए ने पानी दी भरी हुई सुराही डॉक्टर दे सिर विच मारी। जदों रौला पै गया तां अलार्म हो गया। जेलर आदि भज्जे आए तां हरी सिंह ने देखा कि हुण गिद्दड़ कुट पवेगी। ਉਹ जंगला बंद करके दरवाजे अगे पेशाब वाले बर्तन लैके डट के बैठ गया ते जेड़ा अगे आवे उसनूं आखे खबरदार जे जंगले नूं हथ लाया तां मैं मारांगा। सुपरिटेंडेंट आए बिना दरवाज़ा नहीं खोलन देंगा। उड़क सुपरिटेंडेंट आया तां हरी सिंह ने सारी गल उसनूं दसी। सुपरिटेंडेंट ने कहा कि तू डॉक्टर तो माफ़ी मंग लै। उसने कहा कि मैं कोई कसूर नहीं किया। हरी सिंह नूं हस्पताल तो कढ के कोठी विच भेज दिता ते दूजे दिन 15 बैंतां लगवा दित्तियां। सुपरिटेंडेंट ने आख्या कि मैं 30 बैंतां दी सज़ा लिखी सी, पर चूंकि तू सच दस्सिया है इसलिए 15 बैंतां लाइयां हन। इस पर दास ने ते होर साथियां ने सुपरिटेंडेंट नूं पुछया कि जिस आदमी नूं तुसीं पालकी विच पा के हस्पताल लै गए सी ते बीमार करार दिता सी, अज उसनूं किस कारण बैंतां जिही सज़ा दित्ती। उसने जुच हो के साफ साफ कहा कि मैनू जेलर दे मजबूर करन पर बैंतां दी सज़ा देनी पई, नहीं तां ऐसे सदा बीमार रहण वाले नूं असीं बैंतां दी सज़ा नहीं दे सकदे। दूजा कारण ਇਹ ਸੀ कि साडी पार्टी दी घालना करके ही दस्तारे ਅਤੇ होर सभे 5 ककार मिलन दी मंजूरी हो गई सी ਅਤੇ जेल मैनुअल विच कायदा भी बन चुका सी। ਇਹ गल जेल वाले अपने मूहों आप मन चुके सन कि ਇਹ जो नियम दस्तार ਅਤੇ 5 ककार आदि ਦਾ बन के जेल मैनुअल विच दर्ज हो गया है, ਇਹ सब ਤੁਹਾਡੇ पंजाब जेलों विच इस संबंधी लाए मोर्चों का सट्टा है। जदों यह नियम बनिया तो इन्हां ने इक्को एक कछहरा ही बना के देना चाहिए। इस तो पहला सगों 2-2 निकरा दिंदे सन। जद असीं इतराज़ किया तो जेल मैनुअल विचों कढ के दिखा दिता कि देखो असैंबली विच पास होए एक्ट अनुसार इक्को कछहरा लिखिया है। असीं आख्या कि इस विच कोई गलतफहमी हुई है। असीं जोर दिता कि इस नुकते नूं फेर असैंबली दे सिख मैंबरां प्रति प्रगटाया जाए, रैफर किया जाए। उन्हां यह गल मान लई अते इस दा छेती ही अच्छा सिट्टा निकलिया, अर्थात एक कछहरे की थां जेल मैनुअल विच 2 कछहरे लिखे गए। कछहरे बदलण लई परने सानू पहलां ही मिलते सन। फिर दस्तारियां की गिणती मिणती का छेड़ा छिड़िया रहा। असीं आखीए दस्तारा 5 गज तो घट ना होवे अते जेल दसूती कपड़े का ना होवे। यह 2 ही गल्लां भी इन्हां मान लईआं। 5 गज के थाओं सगों 6-6 गज के दस्तारे बना के देने मंजूर हो गए। मंजूरी तां चिरोकनी हो चुकी सी, पर इन्हां अजे वरतों विच नहीं लिआंदी सी। सानू गुप्तो गुप्ती पता लग चुका सी कि दस्तारे तां खास इस जेल विच बुना तणा के रखे होए हन, पर गहे मारी बैठे हैं। सानू एवें जालखे जहे दे पोमचे बना के बिल विच पहला तो ही असली 6 गजी दस्तारियां दी कीमत ला के तकड़ी रकम
ਸਾਲਾਨਾ ਸਾਡੇ ਖਰਚ ਵਿੱਚੋਂ ਬਟੋਰ ਕੇ ਹੜੱਪ ਕਰਦੇ ਰਹੇ ਹਨ। ਮੈਂ ਇਸ ਗੱਲ ਪਰ ਥਾਏ ਇਹਨਾਂ ਦੀ ਤਕੜੀ ਖਬਰ ਲਈ ਤਾਂ ਇਹਨਾਂ ਆਪਣਾ ਖਹਿੜਾ ਛਡਾਉਣ ਲਈ ਮੈਨੂੰ ਅਤੇ ਵੀਰ ਜਿੰਦਰ ਸਿੰਘ ਜੋ ਮੇਰੇ ਪਾਸ ਰਹਿੰਦਾ ਸੀ ਤਾਂ ਉਹੀ 6 ਗਜੇ ਦਸਤਾਰੇ ਦੇ ਦਿੱਤੇ, ਪਰ ਹੋਰ ਸਾਥੀਆਂ ਨੂੰ ਨਾ ਦਿੱਤੇ। ਅਸੀਂ ਦੋਹੀਂ ਅਲੱਗ ਬਲਾਕ ਵਿੱਚ ਰਹਿੰਦੇ ਸੀ। ਸਾਨੂੰ ਦੋਹਾਂ ਨੂੰ ਕੁਝ ਪਤਾ ਨਾ ਕਿ ਸਾਡੇ ਸਾਥੀਆਂ ਨਾਲ ਕੀ ਵਰਤ ਰਹੀ ਹੈ। ਸਾਨੂੰ ਰਾਸ਼ਨ ਵੀ ਪਹਿਲਾਂ ਵਾਲਾ ਹੀ ਮਿਲਦਾ ਰਿਹਾ, ਘੱਟ ਵੱਧ ਨਹੀਂ ਕੀਤਾ। ਇਸ ਕਰਕੇ ਸਾਨੂੰ ਜਾਣ ਬੁੱਝ ਕੇ ਜੇਲ੍ਹ ਵਾਲਿਆਂ ਨੇ ਵੱਖ ਹੀ ਰੱਖਿਆ ਹੋਇਆ ਸੀ ਤਾਂ ਕਿ ਰੌਲਾ ਨਾ ਪੈ ਜਾਵੇ। ਪਰ ਜਦੋਂ ਦੂਜੇ ਸਾਥੀਆਂ ਨੇ ਆਮ ਕੈਦੀਆਂ ਵਾਲਾ ਖਾਣਾ ਮਿਲਣ ਲੱਗਿਆ ਤਾਂ ਉਹਨਾਂ ਕੜਾਕਿਆਂ ਦਾ ਮੋਰਚਾ ਲਾ ਦਿੱਤਾ। ਮੇਜਰ ਕੁੱਕ ਬੜਾ ਨਰਮ ਦਿਲ ਆਦਮੀ ਸੀ। ਉਸ ਤੋਂ ਉਹਨਾਂ ਦੇ ਕੜਾਕੇ ਦਾ ਮੋਰਚਾ ਨਾ ਚੱਲਿਆ ਗਿਆ। ਵੀਰ ਮਹਾਰਾਜ ਸਿੰਘ ਵਰਗੇ 2-3 ਵੀਰਾਂ ਨੇ ਜਲ ਪਾਨ ਕਰਨਾ ਵੀ ਤਿਆਗ ਦਿੱਤਾ। 4-5 ਦਿਨ ਹੀ ਮੋਰਚੇ ਲੱਗੇ ਨੂੰ ਹੋਏ ਸਨ ਕਿ ਮੇਜਰ ਕੁੱਕ ਦੇ ਭਾਰੀ ਬਣ ਗਈ, ਕਿਉਂਕਿ ਵੀਰ ਮਹਾਰਾਜ ਸਿੰਘ ਹੋਰਾਂ ਦੀ ਹਾਲਤ ਬਹੁਤ ਖਤਰਨਾਕ ਹੋ ਗਈ ਸੀ। ਮੇਜਰ ਕੁੱਕ ਘਬਰਾਇਆ ਫਿਰੇ ਮੇਰੇ ਪਾਸ ਆਇਆ। ਸਾਨੂੰ ਅੱਗੋਂ ਇਸ ਗੱਲ ਦਾ ਪਤਾ ਹੀ ਕੋਈ ਨਾ ਕਿ ਉੱਧਰ ਮੋਰਚੇ ਲੱਗੇ ਹੋਏ ਹਨ। ਸਾਰੇ ਬਾਕੀ ਸਾਥੀ 3-4 ਥਾਈਂ ਅੱਡੋ ਅੱਡ ਬਲਾਕਾਂ ਵਿੱਚ ਵੰਡੇ ਹੋਏ ਸਨ। ਇੱਕ ਬਲਾਕ ਵਾਲੇ 4-5 ਸੱਜਣਾ ਨੇ ਅਜੇ ਮੋਰਚਾ ਲਾਇਆ ਨਹੀਂ ਸੀ। ਉਹ ਅਜੇ ਵਿਚਾਰ ਹੀ ਕਰ ਰਹੇ ਸਨ। ਮੇਜਰ ਕੁੱਕ ਨੇ ਮੈਨੂੰ ਆਖਿਆ ਕਿ ਤੁਸੀਂ ਜਾ ਕੇ ਉਹਨਾਂ ਨੂੰ ਸਮਝਾਓ ਬੁਝਾਓ। ਮੈਂ ਆਖਿਆ ਕਿ ਮੈਂ ਇਸ ਸ਼ਰਤ ਤੇ ਜਾਂਦਾ ਹਾਂ ਕਿ ਜੋ ਵੀ ਉਹਨਾਂ ਦੀਆਂ ਵਾਜਬ ਸ਼ਿਕਾਇਤਾਂ ਹੋਣ ਸੋ ਸਭ ਦੂਰ ਕੀਤੀਆਂ ਜਾਣ। ਮੇਜਰ ਕੁੱਕ ਨੇ ਮੰਨ ਲਿਆ ਕਿ ਜਾਇਜ਼ ਸ਼ਿਕਾਇਤਾਂ ਦੂਰ ਕਰ ਦੇਵਾਂਗੇ ਅਤੇ ਨਾਲ ਉਸਨੇ ਇੱਕ ਗੋਰਾ ਵਾਰਡਰ ਭੇਜ ਦਿੱਤਾ। ਮੈਂ 2-3 ਬਲਾਕਾਂ ਵਿੱਚ ਹੀ ਗਿਆ ਸੀ ਅਤੇ ਚੌਥੇ ਵਿੱਚ ਅਜੇ ਨਹੀਂ ਗਿਆ ਸੀ, ਕਿਉਂਕਿ ਉੱਥੇ ਦੀ ਬਾਬਤ ਗੋਰੇ ਵਾਰਡਰ ਨੂੰ ਅਜੇ ਇਹ ਪਤਾ ਸੀ ਕਿ ਉਹਨਾਂ ਮੋਰਚਾ ਨਹੀਂ ਲਾਇਆ। ਇਸ ਕਰਕੇ ਉੱਥੇ ਅਜੇ ਜਾਣ ਦੀ ਲੋੜ ਨਹੀਂ ਸੀ। ਸੋ 13 ਬਲਾਕਾਂ ਵਿੱਚ ਹੀ ਹੋ ਕੇ ਮੁੜ ਆਏ ਅਤੇ ਇਹਨਾਂ ਬਲਾਕਾਂ ਵਾਲੇ ਸੱਜਣਾ ਨੇ ਇਹਨਾਂ ਸ਼ਰਤਾਂ ਉੱਤੇ ਮੋਰਚਾ ਛੱਡਣਾ ਮੰਨਿਆ ਕਿ ਇੱਕ ਤਾਂ ਸਾਨੂੰ ਉਹੀ ਦਸਤਾਰੇ ਦੇ ਦੇਣ ਜੋ ਸਾਡੀ ਨਿਮਿਤ ਬਣਾ ਕੇ ਰੱਖੇ ਹੋਏ ਹਨ, ਦੂਜੇ ਸਾਨੂੰ ਆਪਣੇ ਆਪ ਪ੍ਰਸ਼ਾਦੇ ਸਜਾਉਣ ਲਈ ਸਾਰਾ ਰਾਸ਼ਨ ਸਾਡੇ ਹਵਾਲੇ ਕੀਤਾ ਜਾਵੇ ਅਤੇ ਪੰਜਾਬ ਗਵਰਨਮੈਂਟ ਨੂੰ ਰਾਸ਼ਨ ਪਰਥਾਏ ਸਾਡੀਆਂ ਸ਼ਿਕਾਇਤਾਂ ਭੇਜੀਆਂ ਜਾਣ ਅਤੇ ਉੱਥੋਂ ਫੈਸਲਾ ਆਉਣ ਤਾਈਂ ਸਾਨੂੰ ਸੁੱਕੀਆਂ ਰਸਦਾਂ ਦੇ ਦਿੱਤੀਆਂ ਜਾਣ, ਸਾਥ ਹੀ ਚਾਟਾ ਸਜਾਉਣ ਦੀ ਖੁੱਲ੍ਹ ਦਿੱਤੀ ਜਾਏ। ਇਹ ਗੱਲਾਂ ਮੇਜਰ ਕੁੱਕ ਨੇ ਮੰਨ ਲਈਆਂ, ਪਰ ਜੇਲਰ ਮੀਕ ਦੀ ਇਸ ਵਿੱਚ ਬੜੀ ਹੱਦ ਤੱਕ ਹੋਈ, ਕਿਉਂਕਿ ਇਹ ਫੈਸਲਾ ਮੇਜਰ ਕੁੱਕ ਨੇ ਉਸ ਤੋਂ ਉੱਪਰੋਂ ਉੱਪਰੀ ਹੀ ਕਰ ਲਿਆ ਸੀ। ਗੰਡਾ ਸਿੰਘ ਨਿਹੰਗ ਨੇ ਮੀਕ ਦੀ ਭੁਗਤ ਵੀ ਬੜੀ ਸਵਾਰੀ ਸੀ ਅਤੇ ਡੀਸੀ ਆਦਿਕ ਹਾਕਮਾਂ ਦੇ ਸਾਹਮਣੇ ਉਸਨੂੰ ਕਈ ਵਾਰ ਝਾੜ ਚਪਾੜ ਪਾਈ ਪੁਆਈ ਸੀ। ਇਸ ਕਰਕੇ ਮਿਸਟਰ ਮੀਕ ਅੰਦਰੋਂ ਬਹੁਤ ਸੜਿਆ ਹੋਇਆ ਸੀ ਅਤੇ ਦਿਲੋਂ ਚਾਹੁੰਦਾ ਸੀ ਕਿ ਇਹਨਾਂ ਨਾਲ ਕੋਈ ਸਮਝੌਤਾ ਨਾ ਹੋਣਾ ਪਾਵੇ, ਨਾ ਹੀ ਇਹਨਾਂ ਨੂੰ ਕੋਈ ਰਿਆਇਤ ਦਿੱਤੀ ਜਾਵੇ। ਇਸ ਕਰਕੇ ਉਸਨੇ ਹੋਰ ਚਾਲ ਖੇਡੀ। ਮੇਜਰ ਕੁੱਕ ਨੂੰ ਜਾ ਕੇ ਇਹ ਪੜ੍ਹਤਾ ਪੜ੍ਹਾਈ ਕਿ ਦੇਖੋ ਜੀ, ਆਪ ਨੇ ਰਣਧੀਰ ਸਿੰਘ ਨੂੰ ਸਮਝੌਤਾ ਕਰਾਉਣ ਲਈ ਭੇਜਿਆ ਸੀ, ਉਹ ਸਗੋਂ ਚੌਥੇ ਬਲਾਕ ਵਾਲਿਆਂ ਨੂੰ ਵੀ ਵਿਗਾੜ ਕੇ ਚਲਿਆ ਆਇਆ ਹੈ ਅਤੇ ਹੁਣ ਉਹਨਾਂ ਚੌਥੇ ਬਲਾਕ ਵਾਲਿਆਂ ਸਿੱਖ ਕੈਦੀਆਂ ਨੇ ਵੀ ਮੋਰਚਾ ਲਾ ਦਿੱਤਾ ਹੈ। ਮੋਰਚਾ ਸੱਚਮੁੱਚ ਲੱਗ ਚੁੱਕਾ ਸੀ, ਪਰ ਮੇਜਰ ਕੁੱਕ ਨੂੰ ਇਹਨਾਂ ਦਾ ਪਤਾ ਨਹੀਂ ਸੀ ਕਿ ਇਹ ਮੋਰਚਾ ਸਮਝੌਤੇ ਲਈ ਉਹਨਾਂ ਬਲਾਕਾਂ ਵਿੱਚ ਜਾਣ ਤੋਂ ਪਹਿਲਾਂ ਹੀ ਲੱਗ ਚੁੱਕਾ ਸੀ। ਬਸ ਮਿਸਟਰ ਮੀਕ ਦਾ ਦਾਅ ਫੁਰ ਗਿਆ। ਮੇਜਰ ਕੁੱਕ ਭਖਿਆ ਭੜਕਿਆ ਹੋਇਆ ਆ ਕੇ ਮੇਰੇ ਉੱਪਰ ਕਰੋਪ ਹੋਣ ਲੱਗਾ ਅਤੇ ਹੁਕਮ ਦਿੱਤਾ ਕਿ ਇਸ ਨੂੰ ਸਜ਼ਾਈ ਤਨਹਾਈ ਕੋਠੀ ਵਿੱਚ ਬੰਦ ਕਰ ਦਿੱਤਾ ਜਾਏ, ਨਾਲ ਹੀ ਖਾਣਾ ਹੱਥੀਂ ਪਕਾਉਣ ਦੇ ਹੱਕ ਇਸ ਦੇ ਜ਼ਬਤ ਕੀਤੇ ਜਾਣ। ਮੈਂ ਉਸਨੂੰ ਆਖਿਆ ਕਿ ਕੁਛ ਸ਼ਾਂਤ ਹੋ ਕੇ ਮੇਰਾ ਕਸੂਰ ਦੱਸੋ ਅਤੇ ਵਿਚਾਰ ਕਰਕੇ ਇਨਸਾਫ ਕਰੋ, ਫਿਰ ਤੁਸੀਂ ਜਿਹੜੇ ਹੁਕਮ ਚੰਗੇ ਸਮਝੋ ਚਾੜ ਦੇਣੇ। ਮੈਨੂੰ ਇਹਨਾਂ ਸਜ਼ਾਵਾਂ ਦਾ ਕੋਈ ਡਰ ਭਉ ਨਹੀਂ। ਕਸੂਰੀ ਨਿਕਲਾਂ ਤਾਂ ਭਾਵੇਂ ਰੱਜ ਕੇ ਸਜ਼ਾਵਾ ਦੇ ਲਿਓ, ਪਹਿਲਾਂ ਦੱਸੋ ਤਾਂ ਸਹੀ ਕਿ ਵਿੱਚੋਂ ਕੀ ਗੱਲ ਹੈ। ਮੇਜਰ ਕੁੱਕ: ਕੀ ਦੱਸਾਂ, ਮੈਂ ਤੈਨੂੰ ਦੂਜੇ ਬਲਾਕਾਂ ਵਿੱਚ ਆਪਣੇ ਸਾਥੀਆਂ ਦੀ ਮਨ ਮਨੌਤੀ ਕਰਨ ਅਤੇ ਰਫਾ ਦਫਾ ਕਰਾਈ ਲਈ ਭੇਜਿਆ ਸੀ ਕਿ ਹੋਰ ਤੇਲ ਪਾਉਣ ਅਤੇ ਭਾਂਬੜ ਮਚਾਉਣ ਲਈ ਭੇਜਿਆ ਸੀ। ਮੈਂ ਅੱਗ ਉੱਤੇ ਤੇਲ ਮੈਂ ਕਿਹੜਾ ਪਾਇਆ ਹੈ? ਮੇਜਰ ਕੁੱਕ: ਤੈਂ ਮੋਰਚਾ ਹਟਾਉਣਾ ਸੀ ਕਿ ਚੌਥੇ ਨੰਬਰ ਵਾਲਿਆਂ ਦਾ ਵੀ ਲਵਾਉਣਾ ਸੀ? ਮੈਂ ਤਾਂ ਚੌਥੇ ਬਲਾਕ ਵਿੱਚ ਗਿਆ ਹੀ ਨਹੀਂ। ਮੈਨੂੰ ਤੁਹਾਡਾ ਗੋਰਾ ਵਾਰਡਰ ਉੱਥੇ ਲੈ ਕੇ ਹੀ ਨਹੀਂ ਸੀ ਗਿਆ। ਪਹਿਲਾਂ ਉਸ ਨੂੰ ਬੁਲਾ ਕੇ ਪੁੱਛੋ। ਜਦ ਮੈਂ ਉੱਥੇ ਚੌਥੇ ਨੰਬਰ ਵਿੱਚ ਗਿਆ ਹੀ ਨਹੀਂ ਤਾਂ ਮੈਂ ਉਹਨਾਂ ਨੂੰ ਮੋਰਚੇ ਲਾਉਣ ਲਈ ਕਿਵੇਂ ਸਿਖਾ ਦਿੱਤਾ? ਮੇਜਰ ਕੁੱਕ: ਅੱਛਾ, ਅਭੀ ਗੋਰੇ ਵਾਰਡਰ ਕੋ ਬੁਲਾਓ। ਇੱਕ ਸਿਪਾਹੀ ਗੋਰੇ ਵਾਰਡਰ ਨੂੰ ਸੱਦਣ ਤੁਰ ਗਿਆ, ਪਰ ਚੀਫ ਹੈਡ ਵਾਰਡਰ ਜੋ ਕਿ ਰੋਂਦ ਸਮੇਂ ਨਾਲ ਹੀ ਸੀ ਬੋਲ ਪਿਆ। ਚੀਫ ਹੈਡ ਵਾਰਡਰ ਜੋ ਕਿ ਸਿੰਘ ਸੀ: ਹਜ਼ੂਰ, ਭਾਈ ਰਣਧੀਰ ਸਿੰਘ ਨੂੰ ਗੋਰੇ ਵਾਰਡਰ ਨਾਲ ਉਹਨਾਂ ਨੰਬਰਾਂ ਵਿੱਚ ਦੁਪਹਿਰੇ ਭੇਜਿਆ ਗਿਆ ਹੈ
पर चौथे ब्लाक वालियां ने कड़ाके दा मोर्चा परसों आथन दा लाया होया है। मैं उस वेले चक्कर विच बैठा सी। गोरा बार्डर इस नूं लै के उन्हां ब्लाकां विच गया सी। ਇਹ ਦੋਵੇਂ चौथे नंबर ब्लाक विच गए ही नहीं, उरियों ही मुड़ आए हैं। चीफ हैडवार्डर यह गल करदा ही सी कि उपरों गोरा बार्डर भी आ गया। उसनूं आउंदे नूं ही सुपरिटेंडेंट ने पूछा कि क्या तुम चौथे नंबर स्पेशल ब्लॉक में रणधीर सिंह को साथ लेकर गए थे? गोरा बार्डर: हरगिज नहीं। सुपरिटेंडेंट: क्यों नहीं ले गए? गोरा बार्डर: क्योंकि उन्हां दा तां मेरी समझ विच मोर्चा लगा होया ही नहीं सी, सो उन्हां नूं समझाउण बुझाउण दी कोई लोड़ ही नहीं सी। पर मैनूं पिछों पता लगा कि उन्हां ने तां परसों आथन दा ही कड़ाका ला छड्डिया होया है। मेजर कुक सुन के ठंडा ठार हो गया ते मिस्टर मीक नूं घूरियां वट्टण लग पिया अते घूरियां लै पवे। फिर मैनूं नरमी नाल कहण लगा कि रणधीर सिंह मेरे साथ चलो अते चौथे नंबर वालियां नूं आख वेख के खाना खवाओ। महाराज सिंह दी हालत बड़ी नाजुक है, पहलां उस कोल ही चलो क्योंकि वह अपनी जान हीली पिया है। मैं बथेरा कह चुका हाँ पर वह मानदा ही नहीं। गल की वह मैनू नाल लै गया। मेरे जान सार ही मेरे आखे वेखे वीर महाराज सिंह ने प्रशादा छकना मंजूर कर लिया। मेजर कुक ने उदों ही मिसरी सुध मंगाया अते मैं अपने हत्थी वीर महाराज सिंह नूं पिलाया तां वह अखा खोल आया। मेजर कुक भी प्रसन्न हो गया। इस तरह सारियां सज्जणा दी मन मनौती की गई। सुक्कियां रसदा आ गईयां अते लंगर खालसे दे हत्थी सजन लग पिया। उधरों पंजाब गवर्नमेंट नूं भी सिफारशी चिट्ठी सुपरिटेंडेंट ने लिख के भेज दित्ती, पर उपरोक्त चिट्ठी पुजन तो पहलां ही पंजाब गवर्नमेंट ने साडे बिस्तरे बोरीए मद्रास वल बनाउण दे हुक्म जारी कर रखे सन। उदों ही पता लगा कि चालियां चलान दे त्यारे बजाउण लई हुक्म सुनाए गए। अज असीं यह भाग पन्ना नंबर 178 तक ही पढ़ांगे। इजाजत दिओ। वाहिगुरू जी का खालसा, वाहिगुरू जी की फतेह।